ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪੰਜਾਬ ਦੇ ਵਿੱਚ ਬਹੁਤ ਅਹਿਮ ਮਸਲਾ ਰਿਹਾ ਡਰੱਗ ਦਾ। ਤਾਂ ਅੱਜ ਇੱਕ ਵਾਰ ਫਿਰ ਸੁਣਵਾਈ ਹੋਈ ਹੈ। ਅਗਲੀ ਤਾਰੀਖ ਪੈ ਗਈ ਹੈ 6 ਦਸੰਬਰ। ਪਰ ਇਸ ਮਾਮਲੇ ਦੇ ਵਿੱਚ ਕੀ ਨਵੀਆਂ ਅਪਡੇਟਸ ਨੇ ਉਹਨਾਂ ਦਾ ਜ਼ਿਕਰ ਕਰਾਂਗੇ। ਪਰ ਸਭ ਤੋਂ ਪਹਿਲਾਂ ਇੱਕ ਵੱਡੀ ਚੀਜ਼ ਇਹ ਕਿ ਆਖਿਰਕਾਰ ਇਹ ਮਸਲਾ ਇੰਨਾ ਲੰਬਾ ਖਿੱਚਿਆ ਕਿਉਂ ਜਾ ਰਿਹਾ, ਕਿਉਂ ਇਸ ਮਾਮਲੇ ਦੇ ਵਿੱਚ ਹਲੇ ਤੱਕ ਅਸੀਂ ਹੱਲ ਤੇ ਨਹੀਂ ਪਹੁੰਚੇ, ਨਤੀਜੇ ਤੇ ਨਹੀਂ ਪਹੁੰਚੇ। ਅੱਜ तमाम ਮਸਲੇ ਤੇ ਚਰਚਾ ਕਰਨੀ ਹੈ। ਅੱਜ ਦਾ ਸੁਲਗ ਦਾ ਪ੍ਰਸ਼ਨ ਲੈ ਕੇ ਤੁਹਾਡੇ ਮੁਖਾਤਿਬ ਹਾਂ। ਤਾਂ ਸਭ ਤੋਂ ਵੱਡੀ ਚੀਜ਼ ਇਸ ਮਾਮਲੇ ਦੇ ਵਿੱਚ ਸਮਝਣ ਵਾਲੀ ਇਹ ਹੈ ਕਿ ਇੰਨਾ ਲੰਮਾ ਸਮਾਂ ਹੋ ਗਿਆ, ਅਸੀਂ ਕਿਉਂ ਹਾਲੇ ਤੱਕ ਹੱਲ ਤੇ ਨਹੀਂ ਪਹੁੰਚੇ। ਤਾਂ ਇਸ ਮਾਮਲੇ ਤੇ ਅੱਜ ਚਰਚਾ ਕਰਨੀ, ਸਾਡੇ ਨਾਲ तमाम ਪੈਨਲ ਵੀ ਮੌਜੂਦ ਰਹੇਗਾ। ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੇ ਸਟ੍ਰਿੰਗ ਤੇ। ਤਾਂ ਕੁਝ ਅਹਿਮ ਸਵਾਲ ਪੁੱਛਣ ਦੀ ਕੋਸ਼ਿਸ਼ ਕਰਾਂਗੇ, ਕੁਝ ਪ੍ਰਸ਼ਨ ਰਹਿਣਗੇ ਜਿਨ੍ਹਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾ ਸਵਾਲ ਇਹੀ ਕਿ ਬਿਕਰਮ ਮਜੀਠੀਆ ਨੂੰ ਕਿਉਂ ਆਖਿਰਕਾਰ ਡਰੱਗ ਮਾਮਲੇ ਦੇ ਵਿੱਚ ਪਾਰਟੀ ਬਣਨਾ ਪੈ ਗਿਆ, ਕਿਉਂਕਿ ਲੰਮਾ ਸਮਾਂ ਹੋ ਗਿਆ ਮਾਮਲਾ ਚੱਲ ਰਿਹਾ ਸੀ। ਪਹਿਲਾਂ ਪਾਰਟੀ ਕਿਉਂ ਨਹੀਂ ਬਣੇ, ਹੁਣ ਕਿਉਂ ਐਨ ਮੌਕੇ ਤੇ ਆਣ ਕੇ ਪਾਰਟੀ ਬਣਨਾ ਪੈ ਗਿਆ। ਇਸ ਤੋਂ ਇਲਾਵਾ ਕੀ ਪੰਜਾਬ ਸਰਕਾਰ ਡਰੱਗ ਮਾਮਲੇ 'ਚ ਵੱਡੀ ਕਾਰਵਾਈ ਕਰਨ ਦੀ ਫਿਰਾਕ ਦੇ ਵਿੱਚ ਹੈਗੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡੀ ਕਾਰਵਾਈ ਜਿਹੜੀ ਹੈ, ਕਿਉਂਕਿ 2022 ਦੀਆਂ ਚੋਣਾਂ ਸਿਰ ਤੇ ਨੇ, ਕਿ ਵੱਡੀ ਕਾਰਵਾਈ ਹੋ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਦੀ ਜਵਾਨੀ ਦਾ ਕਾਣ ਕਰਨ ਵਾਲੇ ਕਦੋਂ ਸਲਾਖਾਂ ਦੇ ਪਿੱਛੇ ਹੋਣਗੇ। ਬਹੁਤ ਸਾਰੇ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ, ਵੱਡੀਆਂ ਮੱਛੀਆਂ ਫੜੀਆਂ ਜਾਣ। ਆਖਿਰਕਾਰ ਇਹ ਕਦੋਂ ਸਲਾਖਾਂ ਦੇ ਪਿੱਛੇ ਹੋਣਗੀਆਂ ਵੱਡੀਆਂ ਮੱਛੀਆਂ, ਅੱਜ ਉਹਨਾਂ ਦਾ ਜ਼ਿਕਰ ਕਰਨਾ ਹੈਗਾ। ਤੇ ਸਾਡੇ ਨਾਲ तमाम ਪੈਨਲ ਜਿਹੜਾ ਆ ਮੌਜੂਦ ਰਹੇਗਾ। ਸਾਡੇ ਨਾਲ ਉਚੇਚੇ ਤੌਰ ਤੇ ਵਿਨੇ ਗੁਪਤਾ ਕਾਂਗਰਸ ਵੱਲੋਂ ਸਾਡੇ ਨਾਲ ਜੁੜੇ ਨੇ, ਸਾਡੇ ਵਿੱਚ ਸਟੂਡੀਓ ਦੇ ਵਿੱਚ ਮੌਜੂਦ ਨੇ। ਮਾਲਵਿੰਦਰ ਕੰਗ ਸਾਡੇ ਨਾਲ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਜੁੜੇ ਨੇ। ਇਸ ਤੋਂ ਇਲਾਵਾ ਸਰਬਜੀਤ ਪਾਰਸ ਸਾਡੇ ਨਾਲ ਅਕਾਲੀ ਦਲ ਤੋਂ ਜੁੜੇ ਨੇ। ਤੇ ਸਰਬਜੀਤ ਪਾਰਸ ਉਹਨਾਂ ਨੇ ਅਕਾਲੀ ਦਲ ਦੇ ਵੱਲੋਂ ਅੱਜ ਆਪਣਾ ਪੱਖ ਰੱਖਣਾ ਹੈਗਾ। ਤੇ ਜਗਮੋਹਨ ਸਿੰਘ ਪੱਟੀ ਐਡਵੋਕੇਟ ਨੇ, ਸੀਨੀਅਰ ਸਿਆਸੀ ਤੌਰ ਤੇ ਇਹਨਾਂ ਤੋਂ ਜਾਣਕਾਰੀ ਹਾਸਲ ਕਰਾਂਗੇ, ਨਾਲ ਟੈਕਨੀਕਲ ਚੀਜ਼ਾਂ ਵੀ ਸਮਝਾਂਗੇ। ਸਭ ਤੋਂ ਪਹਿਲਾਂ ਮਾਲਵਿੰਦਰ ਜੀ, ਆਮ ਆਦਮੀ ਪਾਰਟੀ ਲਗਾਤਾਰ ਵਿਰੋਧ ਕਰਦੀ ਰਹੀ ਹੈ, ਅੱਜ ਆਖਿਰਕਾਰ ਫਿਰ ਸੁਣਵਾਈ ਹੋਈ ਹੈ, 6 ਤਾਰੀਖ ਅਗਲੀ ਪੈ ਗਈ ਹੈ। ਕਿਵੇਂ ਸਮਝਦੇ ਹੋ, ਕਿਵੇਂ ਦੇਖਦੇ ਹੋ? ਲੱਗਦਾ ਕਿ ਮਾਮਲਾ ਉਲਝਦਾ ਜਾ ਰਿਹਾ, ਲੰਬਾ ਹੁੰਦਾ ਜਾ ਰਿਹਾ? ਦੇਖੋ, ਮਾਮਲਾ ਸਿਰਫ ਉਲਝਦਾ ਨਹੀਂ ਜਾ ਰਿਹਾ, ਮਾਮਲੇ ਨੂੰ ਉਲਝਾਇਆ ਵੀ ਜਾ ਰਿਹਾ ਹੈ ਭੋਗਲ ਸਾਹਿਬ। ਔਰ ਬਦਕਿਸਮਤੀ ਦੇਖੋ ਸਾਡੇ ਸੂਬੇ ਦੀ, ਸਾਡੇ ਲੋਕਾਂ ਦੀ, ਵੀ ਜਿਹੜੀ ਸਰਕਾਰ ਨੂੰ ਇਹ ਚੁਣਦੇ ਆ ਜੀ, ਪਹਿਲਾਂ ਅਕਾਲੀ ਦਲ ਤੇ ਭਰੋਸਾ ਕੀਤਾ, ਉਹਨਾਂ ਨੇ ਇਸ ਪਰੰਪਰਾ ਨੂੰ ਸ਼ੁਰੂਆਤ ਕੀਤੀ। ਨੌਜਵਾਨਾਂ ਨੂੰ ਜਿਸ ਤਰੀਕੇ ਨਾਲ ਇਸ ਕੁਤਾਹੀ ਪਾਇਆ, ਨਸ਼ਿਆਂ ਦਾ ਕਾਰੋਬਾਰ ਖੜਾ ਕੀਤਾ ਉਹਨਾਂ ਨੇ ਨੂੰ ਪੂਰਾ ਸ਼ੈਲਟਰ ਦਿੱਤਾ ਜੀ। ਔਰ ਉਮੀਦ ਲੋਕਾਂ ਨੇ ਕੀਤੀ ਸੀ ਕਾਂਗਰਸ ਤੋਂ, ਔਰ ਕਾਂਗਰਸ ਨੇ ਨਾਰਾ ਵੀ ਦਿੱਤਾ ਸੀ ਵੀ ਅਸੀਂ ਚਾਹੇ ਗੁਰੂ ਸਾਹਿਬ ਦੀ ਬੇਅਦਬੀ ਆ ਜਾਂ ਨਸ਼ੇ ਆ, ਔਰ ਬੜਾ ਵੱਡੇ ਲੈਵਲ ਤੇ ਇਹਨੂੰ ਪ੍ਰਚਾਰਿਆ ਗਿਆ ਸੀ। ਵੀ ਈਵਨ ਕੈਪਟਨ ਸਾਹਿਬ ਨੇ ਤੇ ਇਹ ਵੀ ਕਹਿਤਾ ਸੀ ਕਾਂਗਰਸ 4 ਹਫ਼ਤਿਆਂ 'ਚ ਅਸੀਂ ਨਸ਼ਾ ਖਤਮ ਕਰ ਦਾਂਗੇ। ਅੱਜ ਪੌਣੇ 5 ਸਾਲ ਹੋ ਗਏ ਆ, ਚਾਹੇ ਉਹ ਕਾਂਗਰਸ ਦੇ ਕੈਪਟਨ ਸਾਹਿਬ ਰਹੇ ਹੁਣ, ਚਾਹੇ ਚੰਨੀ ਸਾਹਿਬ ਹੋਣ ਜੀ, ਫਰੈਂਡਲੀ ਜਿਹੜਾ ਮੈਚ ਖੇਡਿਆ ਜਾ ਰਿਹਾ, ਅਸਲ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ। ਨਸ਼ੇ ਨੂੰ ਜਿਹੜੀ ਬਲੈਕ ਸ਼ੀਪ ਹੈ ਵੱਡੀਆਂ, ਉਹਨਾਂ ਨੂੰ ਸ਼ਰੇਆਮ ਜਿਹੜਾ ਉਹਨਾਂ ਨੂੰ, ਅੱਛਾ ਜਿਹੜਾ ਕੋਈ ਮਾੜਾ ਮੋਟਾ ਖਾਂਦਾ ਪੀਂਦਾ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਦੇਈ ਜਾਂਦੇ ਆ, ਲੇਕਿਨ ਜਿਹੜੇ ਇਸ ਵਪਾਰ ਲਈ ਜਿਨ੍ਹਾਂ ਨੇ ਹਜ਼ਾਰਾਂ ਕਰੋੜਾਂ ਰੁਪਇਆ ਕਮਾਇਆ ਤੇ ਨੌਜਵਾਨਾਂ ਨੂੰ ਇਸ ਪੁੱਠੇ ਪਾਸੇ ਲਾਇਆ, ਉਹਨਾਂ ਨੂੰ ਬਚਾਇਆ ਜਾ ਰਿਹਾ ਹੈ। ਔਰ ਦੇਖੋ ਲਗਾਤਾਰ ਤਰੀਕ ਪੇ ਤਰੀਕ, ਉਹ ਜਿਹੜਾ ਫਿਲਮਾਂ ਦਾ ਤਰੀਕ ਤੇ ਤਰੀਕ ਪਈ ਜਾਂਦੀ ਹੈ। ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਔਰ ਇਹਦੇ ਵਿੱਚ ਸਿੱਧਾ ਸਾਡਾ ਜਿਹੜਾ ਆਰੋਪ ਹੈ ਪਹਿਲੇ ਦਿਨ ਤੋਂ ਕਿ ਇਹ ਜਿਹੜੀ ਨੀਅਤ ਜਿਹੜੀ ਕਾਂਗਰਸ ਦੀ ਮੌਜੂਦਾ ਸਰਕਾਰ ਦੀ ਆ, ਉਹ ਸਾਫ਼ ਨਹੀਂ ਆ। ਇਹ ਨਸ਼ੇ ਦੇ ਕਾਰੋਬਾਰੀਆਂ ਨੂੰ ਬਚਾ ਰਹੇ ਆ, ਇਹ ਨਸ਼ੇ ਦੇ ਸਰਗਨਾਂ ਨੂੰ ਬਚਾ ਰਹੇ ਆ। ਔਰ ਇਹਦੇ ਵਿੱਚ ਬਹੁਤ ਵੱਡੇ ਲੈਵਲ ਤੇ ਜਿਹੜੇ ਬਿਊਰੋਕ੍ਰੇਸੀ ਔਰ ਜਿਹੜੀ ਲੀਡ ਪੋਲੀਟੀਕਲ ਕਲਾਸ ਹੈ, ਉਹਦਾ ਨੈਕਸਸ ਹੈ, ਉਹੀ ਪੰਜਾਬ ਨੂੰ ਬਰਬਾਦੀ ਦੇ ਕੰਢੇ ਤੇ ਲੈ ਕੇ ਗਿਆ ਔਰ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ। ਪਰ ਅਸੀਂ ਆਖਿਰਕਾਰ ਜਿਹੜੇ ਹਾਲਾਤ ਬਣੇ ਹੋਏ ਨੇ, ਬਿਕਰਮ ਸਿੰਘ ਮਜੀਠੀਆ ਨੂੰ ਇਸ ਮੌਕੇ ਤੇ ਆਣ ਕੇ ਪਾਰਟੀ ਕਿਉਂ ਬਣਨਾ ਪੈ ਗਿਆ? ਇੰਨਾ ਲੰਮਾ ਸਮਾਂ ਹੋ ਗਿਆ ਕੇਸ ਚੱਲਦੇ ਨੂੰ, 2013 ਦਾ ਕੇਸ ਹੈਗਾ। ਪਹਿਲਾਂ ਉਹ ਕਹਿੰਦੇ ਰਹੇ ਕਿ ਅਸੀਂ ਸਾਡੀ ਇਸ ਪੂਰੇ ਮਾਮਲੇ ਦੇ ਵਿੱਚ ਕੋਈ ਸ਼ਮੂਲੀਅਤ ਨਹੀਂ ਹੈਗੀ। ਬਹੁਤ ਸਾਰੇ ਇਲਜ਼ਾਮ ਲੱਗਦੇ ਰਹੇ, ਬਹੁਤ ਸਾਰੇ ਜਿਹੜੇ ਮਾਮਲੇ ਦੇ ਵਿੱਚ ਲਗਾਤਾਰ ਉਹਨਾਂ ਤੇ ਦੂਸ਼ਣਬਾਜ਼ੀ ਵੀ ਹੁੰਦੀ ਰਹੀ, ਸਵਾਲ ਵੀ ਉੱਠਦੇ ਰਹੇ। ਹੁਣ ਮੌਕੇ ਤੇ ਆਣ ਕੇ ਪਾਰਟੀ ਕਿਉਂ ਬਣਨਾ ਪੈ ਗਿਆ ਉਹਨਾਂ ਨੂੰ? ਦੇਖੋ, ਸਮੇਂ ਦੀਆਂ ਸਰਕਾਰਾਂ, ਹੁਣ ਪਹਿਲਾਂ ਵੀ ਇਹਨਾਂ ਦੇ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੇ ਬੀਤ ਗਏ, ਜਦੋਂ ਇਹਨਾਂ ਨੇ ਕਹਿੰਦੇ ਰਹੇ ਸੀ ਜਿਹੜਾ ਅੱਜ ਫੜਦੇ ਆ ਕੱਲ ਫੜਦੇ ਆ। ਜੇ ਇਹਨਾਂ ਕੋਲ ਕੋਈ ਸਬੂਤ ਸਨ ਤੇ ਅੱਜ ਤੱਕ 4.5 ਸਾਲਾਂ 'ਚ ਪੇਸ਼ ਕਿਉਂ ਨਹੀਂ ਕਰ ਪਾਏ? ਅੱਜ ਤੱਕ ਉਹ ਰਿਪੋਰਟਾਂ ਕਿਉਂ ਨਹੀਂ ਖੋਲ ਪਾਏ? ਜੇ ਇਹਨਾਂ ਦੇ ਕੋਲ ਕੁਝ ਹੁੰਦਾ ਤੇ ਹੁਣ ਤੱਕ ਜੇ ਅੱਜ ਕੋਈ ਗੁਨਾਹ ਕਰਦਾ ਤੇ ਉਹਦੀ ਸਜ਼ਾ ਕਈ ਸਾਲਾਂ ਬਾਅਦ ਨਹੀਂ ਉਹਨੂੰ ਦਿੱਤੀ ਜਾਂਦੀ, ਹੁਣੇ ਦਿੱਤੀ ਜਾਂਦੀ ਹੈ। ਔਰ ਇਹ ਕਾਂਗਰਸ ਪਾਰਟੀ ਤੋਂ ਕੀ ਉਮੀਦ ਕਰ ਸਕਦੇ ਆ ਜਿਹਨੇ 1984 ਦੇ ਵਿੱਚ
ਸਿੱਖਾਂ ਦਾ ਸਰੇਆਮ ਕਤਲੇਆਮ ਕੀਤਾ, ਦੁਨੀਆ ਭਰ ਦੇ ਵਿੱਚ ਪੂਰੇ ਹਿੰਦੁਸਤਾਨ 'ਚ ਕਤਲੇਆਮ ਕੀਤਾ, ਉਹਦਾ ਹਿਸਾਬ ਕਿਦੋਂ ਦੇਣਗੇ? ਪਹਿਲਾਂ ਉਹਦਾ ਹਿਸਾਬ ਸਾਨੂੰ ਦੇਣ, ਜਿਹੜੇ ਇਹ ਕਤਲੇਆਮ ਕੀਤਾ। ਔਰ ਮੈਂ ਇੱਕ ਗੱਲ ਹੋਰ ਕਰਾਂਗਾ, ਇਹ ਆਮ ਆਦਮੀ ਪਾਰਟੀ ਔਰ ਜਿਹੜੀ ਕਾਂਗਰਸ ਹੈ, ਇਹ A ਟੀਮ ਤੇ B ਟੀਮ ਬਣ ਕੇ ਕੰਮ ਕਰ ਰਹੀ ਹੈ। ਔਰ ਜੇ 4.5 ਸਾਲਾਂ ਬਾਅਦ ਕਿਸੇ ਨੂੰ ਪਾਰਟੀ ਬਣਾ ਦੇ, ਕੋਈ ਦੋਸ਼ ਸਾਬਤ ਨਹੀਂ ਹੋ ਜਾਂਦਾ, ਉਹਦੇ ਨਾਲ ਕੋਈ ਦੋਸ਼ੀ ਨਹੀਂ ਹੋ ਜਾਂਦਾ ਕਿ ਇਹ ਡਰੱਗਸ ਦਾ ਕਾਰੋਬਾਰੀ ਹੈ। ਜੇ ਡਰੱਗਸ ਦਾ ਕੋਈ ਕਾਰੋਬਾਰ ਕਰਦਾ ਤੇ 1 ਮਿੰਟ 'ਚ ਉਹਦੀ ਪਛਾਣ ਹੁੰਦੀ ਹੈ, ਡਰੱਗਸ ਦਾ ਕਾਰੋਬਾਰੀ। ਏਦਾਂ ਲਾਂਛਨਬਾਜ਼ੀ ਕਰਨੀ ਉਹ ਕੋਈ ਠੀਕ ਨਹੀਂ ਹੈ। ਪਹਿਲਾਂ 1984 ਦਾ ਹਿਸਾਬ ਦਿਓ, ਜਿਹੜੇ ਤੁਸੀਂ ਸਿੱਖ ਕਤਲੇਆਮ 1978 ਤੋਂ ਲੈ ਕੇ 1984 ਤੋਂ ਲੈ ਕੇ 1990 92 ਮੈਂ ਆਪ ਆਪਣੀ ਜ਼ਿੰਦਗੀ ਦੇ ਹੰਡਾਈ ਹੈ। ਔਰ ਇਹਨਾਂ ਲੋਕਾਂ ਨੇ ਸਰੇਆਮ ਨੌਜਵਾਨਾਂ ਨੂੰ ਫੜ ਮਾਰਿਆ, ਉਹਨਾਂ ਨੇ 2-2 ਫਾੜ ਕੀਤੇ, ਟੁਕੜੇ ਕੀਤੇ। ਪਰ ਸਰ ਬੜਾ ਸੈਂਸਿਟਿਵ ਮੁੱਦਾ ਉਹ, ਆਪਾਂ ਅੱਜ ਉਧਰ ਉਸ ਮੁੱਦੇ ਤੇ ਚਰਚਾ ਨਹੀਂ ਕਰ ਰਹੇ। ਮੈਂ ਤੁਹਾਡੇ ਤੋਂ ਸਿੰਪਲ ਸਵਾਲ ਪੁੱਛਿਆ ਸੀ ਕਿ ਬਿਕਰਮ ਮਜੀਠੀਆ ਨੂੰ ਹੁਣ ਆਣ ਕੇ ਪਾਰਟੀ ਕਿਉਂ ਬਣਨਾ ਪਏਗਾ? ਪਾਰਟੀ ਇਹ ਦੇਖੋ, ਸਰਕਾਰ ਇਹ ਸਰਕਾਰ ਦਾ ਜਾਲ ਹੈ, ਜਦੋਂ ਮਰਜ਼ੀ ਕਿਸੇ ਨੂੰ ਪਾਰਟੀ ਬਣਾ ਲਓ। ਪਾਰਟੀ ਨੂੰ ਬਣਾਉਣ ਨੂੰ ਕੀ ਹੈ? ਪਾਰਟੀ ਕੋਈ ਦੋਸ਼ ਥੋੜੀ ਸਾਬਤ ਹੋ ਗਏ। ਜਿਹਦੇ ਨਾਲ ਪਾਰਟੀ ਮੈਂ ਕਿਸੇ ਤੇ ਕੱਲ ਨੂੰ ਕੇਸ ਫਾਈਲ ਕਰਦਾ, ਪਾਰਟੀ ਬਣਾ ਕੇ ਪੇਸ਼ ਕਰ ਦਾਂਗਾ, ਇਹ ਪਾਰਟੀ ਹੈ ਜੀ। ਪਾਰਟੀ ਬਣਾਉਣ ਨੂੰ ਕੀ ਹੁੰਦਾ? ਕੋਈ ਦੋਸ਼ ਨਹੀਂ ਸਾਬਤ ਹੋ ਜਾਂਦਾ। ਮਜੀਠੀਆ ਸਾਹਿਬ ਨੇ ਆਪ ਪਟੀਸ਼ਨ, ਮੈਂ ਪਹਿਲਾਂ ਵਿਨੈ ਜੀ ਨੂੰ ਥੋੜਾ ਲੈ ਲਵਾਂ। ਵਿਨੈ ਜੀ, ਤੁਹਾਡੇ ਸਰਕਾਰ ਤੇ ਇਲਜ਼ਾਮ ਨੇ 4.5 ਸਾਲ ਤੁਸੀਂ ਕੁਝ ਨਹੀਂ ਕੀਤਾ, ਸਾਫ਼ ਤੌਰ ਤੇ ਕਹਿੰਦੇ ਨੇ ਕਿ ਤੁਹਾਡੇ ਤੋਂ ਕੋਈ ਸਬੂਤ ਹੈ ਨਹੀਂ, ਇਸੇ ਕਰਕੇ ਤੁਸੀਂ ਲਗਾਤਾਰ ਲਟਕਾਉਂਦੇ ਆਏ ਹੋ ਮਾਮਲੇ ਨੂੰ। ਨਹੀਂ ਲਟਕਾਉਣ ਵਾਲੀ ਕੋਈ ਗੱਲ ਨਹੀਂ। ਇਹ ਡਿਲੇ ਥੋੜਾ ਜਿਹਾ ਹੋ ਗਿਆ, ਇਹ ਤਾਂ ਸਾਨੂੰ ਥੋੜਾ ਜਿਹਾ ਮੰਨਣ 'ਚ ਕੋਈ ਹਰਜ ਵੀ ਨਹੀਂ, ਕਿਉਂਕਿ ਡਿਲੇ ਦਾ ਕਾਰਨ ਕੁਝ ਹੋਰ ਸੀਗਾ। ਪਹਿਲਾਂ ਵੀ ਸਰਕਾਰ ਦੇ ਵਿੱਚ ਥੋੜਾ ਜਿਹਾ ਇਹਨਾਂ ਦਾ ਚੱਲਦਾ ਰਿਹਾ ਸਿਸਟਮ। ਨਹੀਂ, ਕੀ ਸਿਸਟਮ ਸੀਗਾ? ਕੀ ਡਿਲੇ ਕਿਉਂ ਹੋਈ? ਥੋੜਾ ਜਿਹਾ ਡਿਲੇ ਦਾ ਕਾਰਨ ਇਹੀ ਸੀਗਾ ਵੀ ਕੈਪਟਨ ਸਾਹਿਬ ਸੌਫਟ ਚੱਲ ਰਹੇ ਸੀਗੇ ਇਹਨਾਂ ਨਾਲ, ਥੋੜਾ ਜਿਹਾ ਬਿਕਰਮ ਮਜੀਠੀਆ ਦੇ ਨਾਲ ਸੌਫਟ ਸੀ ਕੈਪਟਨ, ਸੌਫਟ ਸੀਗੇ। ਬਾਕੀ ਸਰਕਾਰ ਆਪਦੀ ਕਾਰਵਾਈ ਦੇ ਵਿੱਚ ਚੱਲ ਰਹੀ ਹੈ। ਹੁਣ ਜਿਵੇਂ ਸਰਕਾਰ ਨਵੀਂ ਬਣੀ ਆ, ਨਵੀਂ ਤੇਜ਼ੀ, ਹੁਣ ਡੇਟ ਵੀ ਸ਼ਾਰਟ ਟੂ ਸ਼ਾਰਟ ਪੈ ਰਹੀ ਹੈ, ਕੋਈ ਐਸੀ ਗੱਲ ਨਹੀਂ, ਲੰਬਾ ਕੰਮ ਨਹੀਂ। ਇਹ ਬਹੁਤ ਜਲਦੀ ਹੀ ਇਹ ਲੋਕ ਸਲਾਖਾਂ ਦੇ ਪਿੱਛੇ ਹੋਣਗੇ ਔਰ ਇਹਨਾਂ ਦੇ ਜੋ ਹੋਊਗਾ ਉਹ ਸਾਰਿਆਂ ਦੇ ਸਾਹਮਣੇ ਆਊਗਾ। ਇਹ ਜੋ ਮਰਜ਼ੀ ਕਹੀ ਜਾਣ, ਪਾਰਟੀ ਬਣਨ ਦਾ ਮਤਲਬ ਇਹ ਆ ਵੀ ਚੋਰ ਦੀ ਦਾੜੀ ਤਿਨਕੇ ਵਾਲੀ ਗੱਲ ਹੈ ਇਹਨਾਂ ਦੇ ਤਾਂ। ਵੀ ਹੁਣ ਅੱਜ ਇਹਨਾਂ ਨੂੰ ਇਹ ਲੱਗ ਰਿਹਾ ਵੀ ਸਾਡੇ ਤੇ ਕਾਰਵਾਈ ਪੱਕੀ ਆ, ਅਸੀਂ ਤਾਂ ਦੋਸ਼ੀ ਆਪਦੇ ਆਪ ਨੂੰ ਸਾਬਤ ਕਰੀ ਜਾਂਦੇ ਪਾਰਟੀ ਬਣ ਕੇ। ਤਾਂ ਪਾਰਟੀ ਬਣਨਾ ਤਾਂ ਮਤਲਬ ਇਹੀ ਸਾਬਤ ਹੋ ਰਿਹਾ ਇਹਨਾਂ ਦਾ ਵੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਹਾਂ ਸਾਡੇ ਤੇ ਕਾਰਵਾਈ ਬਣਦੀ ਆ, ਹੁਣ ਅਸੀਂ ਡਿਲੇ ਕਰੀਏ ਜਿੰਨਾ ਤੁਸੀਂ ਡਿਲੇ ਗੇਮ ਖੇਲ ਰਹੇ ਆ। ਬੜਾ ਤੁਸੀਂ ਵੈਲਿਡ ਸਵਾਲ ਕੀਤਾ ਸੀ। ਵਿਕਰਮ ਮਜੀਠੀਆ ਇਸ ਸਮੇਂ ਇਸ ਕੇਸ 'ਚ ਸ਼ਾਮਿਲ ਕਿਉਂ ਆਇਆ ਜਾਂ ਪਟੀਸ਼ਨ ਦਾਇਰ? ਵਿਕਰਮ ਸਿੰਘ ਮਜੀਠੀਆ ਅੱਜ ਪੌਣੇ 5 ਸਾਲ ਬਾਅਦ ਕਿਉਂ ਕੋਰਟ 'ਚ ਪੇਸ਼ ਹੋਇਆ ਜਾਂ ਕੋਰਟ 'ਚ ਗਿਆ ਆ? ਕਿਉਂਕਿ ਉਹਨੂੰ ਪਤਾ ਸਾਡੀ ਜਿਹੜੀ ਨਿਆਇਕ ਪ੍ਰਣਾਲੀ ਆ ਉਹ ਬੜੀ ਸਲੋ ਆ। ਕਿਉਂਕਿ ਹੁਣ ਜਦੋਂ ਵਿਕਰਮ ਮਜੀਠੀਆ ਨੇ ਪਟੀਸ਼ਨ ਰਿਲੇਟਡ ਇਸ ਕੇਸ ਦੇ ਲਾਉਣੀ ਆ ਤੇ ਜੱਜਾਂ ਨੂੰ ਵੀ ਇੱਕ ਟਾਈਮ ਚਾਹੀਦਾ ਹੈ ਨਾ ਉਹਦੀ ਪੂਰੀ ਪਟੀਸ਼ਨ ਪੜਨ ਦਾ। ਔਰ ਇਹਨਾਂ ਦਾ ਮੇਨ ਮਕਸਦ ਇਹ ਆ ਵੀ ਹੁਣ ਫਿਰ ਮੈਂ ਆਪਣੀ ਪਟੀਸ਼ਨ ਫਿਰ ਇਹ ਪੈਂਡਿੰਗ ਲਿੰਗਰ ਔਨ ਕਰ ਦਾਂਗੇ, ਉਹਨਾਂ ਚਿਰ ਕੋਡ ਆਫ ਕੰਡਕਟ ਆ ਜਾਊਗਾ ਤੇ ਕਾਂਗਰਸ ਵੀ ਕਹੂਗੀ ਦੇਖੋ ਜੀ ਇਹ ਤੇ ਜੀ ਕੋਡ ਆਫ ਕੰਡਕਟ ਲੱਗ ਗਿਆ, ਅਸੀਂ ਕੁਝ ਕਰ ਨਹੀਂ ਸਕਦੇ। ਔਰ ਕੱਲ ਇਹਨਾਂ ਦੀ ਇਹ ਪੌਣੇ 5 ਸਾਲ ਦੇ ਕਿਉਂ ਨਹੀਂ ਵਿਕਰਮ ਮਜੀਠੀਆ ਗਏ? ਪੌਣੇ 5 ਸਾਲ ਤੋਂ ਸਾਰੀਆਂ ਪੋਜੀਸ਼ਨਾਂ ਠੋਕ ਕੇ ਕਹਿੰਦੀਆਂ ਆਪੋਜੀਸ਼ਨ ਪਾਰਟੀਆਂ ਵੀ ਮਜੀਠੀਆ ਇਹਦੇ ਸ਼ਾਮਿਲ ਹੈ, ਮਜੀਠੀਆ ਦਾ ਇਹਦੇ ਚ ਰੋਲ ਹੈ। ਤਾਂ ਉਦੋਂ ਤਾਂ ਮਜੀਠੀਆ ਸਾਹਿਬ ਕੋਰਟ ਚ ਗਏ ਨਹੀਂ, ਪਰ ਆਮ ਆਦਮੀ ਪਾਰਟੀ ਸਟੇਜ ਤੇ ਗਏ ਆ। ਆਮ ਆਦਮੀ ਪਾਰਟੀ ਕੰਗ ਸਾਹਿਬ ਤੁਹਾਡੀ ਪਾਰਟੀ ਦੇ ਸੁਪਰੀਮੋ ਮਾਫੀ ਮੰਗੇ ਸੀ ਬਿਕਰਮ ਮਜੀਠੀਆ ਤੋਂ। ਹਾਂ, ਉਹਦਾ ਕਾਰਨ ਵੀ ਦੱਸ ਦਿੰਦਾ ਮੈਂ ਤੇ ਉਹ ਕਹਿ ਰਿਹਾ ਨਾ ਉਦੋਂ ਵੀ ਇਹਨਾਂ ਨੇ ਮਾਫੀ ਮੰਗੀ। ਕਿਹਾ ਸੀ ਜਦੋਂ ਸਰਕਾਰ ਆਊਗੀ ਆਮ ਆਦਮੀ ਪਾਰਟੀ ਦੀ ਇਹਨਾਂ ਨੂੰ ਲਟਕਾਇਆ ਜਾਊਗਾ ਕੋਰਟ ਕਚਹਿਰੀ ਵਾਲੇ ਮਸਲੇ ਤੋਂ, ਕਿਉਂਕਿ ਕੇਜਰੀਵਾਲ ਸਾਹਿਬ ਦਿੱਲੀ ਬਿਜੀ ਸੀ। ਲੇਕਿਨ ਮਜੀਠੀਆ ਦਾ ਅੱਜ ਇਲੈਕਸ਼ਨ ਤੋਂ 2 ਮਹੀਨੇ ਪਹਿਲਾਂ ਸੰਜੇ ਸਿੰਘ ਵੀ ਤਾਂ ਆ ਰਹੇ ਨਾ ਅਦਾਲਤਾਂ ਦੇ ਵਿੱਚ। ਮੈਂ ਉਹੀ ਕਹਿ ਰਿਹਾ ਨਾ, ਮਜੀਠੀਆ ਦਾ ਇਲੈਕਸ਼ਨ ਤੋਂ 2 ਮਹੀਨੇ ਪਹਿਲਾਂ ਪੇਸ਼ ਹੋਣ ਦਾ ਸਿਰਫ ਇੱਕੋ ਹੀ ਕਾਰਨ ਹੈ ਕਿ ਇਸ ਸਾਰੇ ਇਸ਼ੂ ਨੂੰ ਲਿੰਗਰ ਔਨ ਕਰਨਾ, ਇਸ ਜਿਹੜਾ ਪੂਰਾ ਸੀਰੀਅਸ ਜਿਹੜਾ ਮੈਟਰ ਹੈ ਉਹਨੂੰ ਜਿਹੜਾ ਹੈ ਠੰਡੇ ਬਸਤੇ 'ਚ ਪਾਉਣ ਵਾਸਤੇ। ਕੰਗ ਸਾਹਿਬ ਤੁਸੀਂ ਬਿਕਰਮ ਮਜੀਠੀਆ ਦੀ ਗੱਲ ਕਰ ਰਹੇ ਹੋ, ਤੁਸੀਂ ਉਧਰਲੇ ਪਾਸੇ ਨਹੀਂ ਆ ਰਹੇ ਕਿ ਮਾਫੀ ਤਾਂ ਮੰਗੀ ਹੈ ਨਾ ਤੁਹਾਡੇ? ਨਹੀਂ, ਉਹ ਤੇ ਅਸੀਂ ਪਹਿਲਾਂ ਵੀ ਕਲੀਅਰ ਕੀਤਾ ਹੈ। ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿਉਂਕਿ ਸਾਡੀ ਸਰਕਾਰ ਨਹੀਂ ਆਈ ਔਰ ਉਹ ਰੋਜ਼ ਕੋਰਟ 'ਚ ਪੇਸ਼ ਨਹੀਂ ਹੋ ਸਕਦੇ। ਦਿੱਲੀ 'ਚ ਅਜੇ ਮੁੱਖ ਮੰਤਰੀ ਵੀ, ਉਹਨਾਂ ਦੀਆਂ ਬਹੁਤ ਜ਼ਿੰਮੇਵਾਰੀਆਂ ਆ ਤੇ ਲੇਕਿਨ ਇਹਦੇ 'ਚ ਤੇ ਸਾਰੀ ਦੁਨੀਆ ਜਾਣਦੀ ਆ ਕਿ ਮਜੀਠੀਆ ਸਾਹਿਬ ਦਾ ਸ਼ੈਲਟਰ ਤੇ ਰਿਹਾ ਹੈ ਨਾ। ਦੇਖੋ ਉਹਨਾਂ ਨੇ ਆਪਣਾ ਪੱਖ, ਉਹਨਾਂ ਨੇ ਜੇ ਆਪਣਾ ਪੱਖ ਪੇਸ਼ ਕਰਨਾ ਤਾਂ ਆਨਲਾਈਨ ਅੱਜ ਕੱਲ ਸਾਰਾ ਸਿਸਟਮ ਚੱਲਦਾ, ਆਨਲਾਈਨ ਪੇਸ਼ੀਆਂ ਹੋ ਸਕਦੀਆਂ। ਪਰ ਅਸੀਂ ਤੁਹਾਡੇ ਨਾਲ ਆਉਣਾ, ਮੈਂ ਜਗਮੋਹਨ ਭੱਟੀ ਜੀ ਨੂੰ ਥੋੜਾ ਸ਼ਾਮਿਲ ਕਰ ਲਵਾਂ ਕਿਉਂਕਿ ਟੈਕਨੀਕਲ ਤੌਰ ਤੇ ਵੀ ਸਮਝਣਾ ਪਊਗਾ। ਸਾਡੇ ਨਾਲ ਅੱਜ ਉਚੇਚੇ ਤੌਰ ਤੇ ਜੁੜੇ ਨੇ ਭੱਟੀ ਸਾਹਿਬ, ਟੈਕਨੀਕਲ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰੀਏ। ਦੇਖੋ ਲੰਮਾ ਸਮਾਂ ਹੋ ਗਿਆ, 2013 ਦਾ ਮਾਮਲਾ ਲਟਕਦਾ ਆ ਰਿਹਾ, ਫਿਰ ਇਹ ਵੀ ਗੱਲਾਂ ਹੋ ਗਈਆਂ ਪਿੱਛੇ ਜਦੋਂ ਅਸੀਂ ਭੋਲਾ ਦੇ ਕੇਸ ਦੀ ਗੱਲ ਕਰੀਏ 2019 ਦੇ ਵਿੱਚ CBI ਦੀ ਅਦਾਲਤ ਦੇ ਵੱਲੋਂ ਸਜ਼ਾ ਵੀ ਸੁਣਾ ਦਿੱਤੀ ਗਈ, 22 ਦੋਸ਼ੀ ਗਰਦਾਨ ਵੀ ਦਿੱਤੇ ਗਏ, ਉਸ ਤੋਂ ਬਾਅਦ ਉਹ ਜੇਲ੍ਹ ਦੇ ਵਿੱਚ ਵੀ ਹੈਗੇ ਨੇ। ਇਹ ਜਿਹੜੀ ਲਿਫਾਫਾ ਬੰਦ ਰਿਪੋਰਟ ਆ, ਇੰਨਾ ਲੰਮਾ ਸਮਾਂ ਕਿਉਂ ਲੱਗ ਰਿਹਾ? ਤੇ ਅੱਜ 6 ਤਰੀਕ ਨੂੰ 6 ਦਸੰਬਰ ਦੀ ਤਾਰੀਖ ਪੈ ਗਈ ਹੈ। ਟੈਕਨੀਕਲ ਤੌਰ ਤੇ ਜੇ ਸਿੱਧੇ ਤੌਰ ਤੇ ਸਮਝਣਾ ਹੋਵੇ
ਲੱਗਦਾ ਕਿ ਇਸ ਸਮੇਂ ਦੇ ਜਿਹੜੀ ਸਰਕਾਰ ਹੈਗੀ ਇਸ ਵੇਲੇ ਉਹਦੇ ਸਮੇਂ ਦੇ ਵਿੱਚ ਇਹ ਕੇਸ ਸੁਲਝ ਜਾਵੇਗਾ ਜਾਂ ਲੰਬਾ ਚੱਲਣ ਵਾਲਾ ਹੈ? ਜੇ ਇੱਕੋ ਵਰਡ ਦਾ ਆਨਸਰ ਦੇਖਿਆ ਜਾਏ ਸਾਰੇ ਪੁਰਾਣੇ ਸਮੀਕਰਨ ਨੂੰ ਦੇਖਦੇ ਹੋਇਆ ਤਾਂ ਇਹ ਗੱਲ ਸਾਫ਼ ਉੱਘੜ ਕੇ ਸਾਹਮਣੇ ਆਉਂਦੀ ਹੈ ਕਿ ਇਹ ਨਵੀਂ ਸਰਕਾਰ ਕੋਲ ਗਿਣਤੀ ਮਿਣਤੀ ਦੇ 45-50 ਦਿਨ ਬਚੇ ਨੇ ਔਰ ਉਹਨਾਂ ਦੇ ਵਿੱਚ ਇਹਨਾਂ ਦਾ ਅਜੇ ਐਡਵੋਕੇਟ ਜਨਰਲ ਵੀ ਨਹੀਂ ਆਇਆ। ਜੇ ਐਡਵੋਕੇਟ ਜਨਰਲ ਨਹੀਂ ਆਇਆ ਤੇ ਫਿਰ ਹੂ ਵਿਲ ਬੈਲ ਦੀ ਕੈਟ, ਇਹ ਚੀਜ਼ ਹੈ। ਦੂਜੀ ਚੀਜ਼ ਇਹ ਹੈ ਵੀ ਇਹ 6 ਦਸੰਬਰ ਪੈ ਗਈ ਹੈ, 3 ਹਫ਼ਤੇ ਦੀ ਡੇਟ ਹੈ, 2 ਡੇਟਾਂ ਹੋਰ ਪੈ ਗਈਆਂ ਤੇ ਕੋਡ ਆਫ ਕੰਡਕਟ ਆ ਜਾਣਾ। ਤੁਸੀਂ ਇਹ ਦੇਖੋ, ਇਹ ਕੇਸ ਪਿਛਲੇ ਕਰੀਬ ਅਰਸੇ ਤੋਂ 7-8 ਸਾਲ ਤੋਂ ਉੱਤੇ ਹੋ ਗਿਆ ਅਰਸਾ ਚੱਲਦਾ ਰਿਹਾ, ਜਿਹਦੇ ਵਿੱਚ ਅਕਾਲੀ ਦਲ ਬੀਜੇਪੀ ਦੀ ਗਵਰਨਮੈਂਟ ਵੀ ਰਹੀ ਹੈ ਔਰ ਜਿਹੜੀ ਹੈ ਕਾਂਗਰਸ ਗਵਰਨਮੈਂਟ ਵੀ ਰਹੀ ਹੈ, ਜਿਹਨੇ 4.5 ਸਾਲ ਦਾ ਸਮਾਂ ਹੰਢਾਇਆ। ਜੇ ਇਹ ਕਿਹਾ ਜਾਏ ਵੀ ਇਹਨਾਂ ਨੇ ਇਸ ਸਾਰੇ ਸਮੀਕਰਨ ਨੂੰ ਇੱਕ ਜਿਹੜੀ ਹੈ ਦੂਰ ਦ੍ਰਿਸ਼ਟੀ ਜਾਂ ਦਿਵ ਦ੍ਰਿਸ਼ਟੀ ਨਾਲ ਦੇਖਣ ਦਾ ਯਤਨ ਨਹੀਂ ਕੀਤਾ। ਕਿਉਂਕਿ ਜਦੋਂ ਇਹ ਗੱਲ ਕਹੀ ਜਾਂਦੀ ਸੀ ਵੀ ਪੰਜਾਬ ਜਿਹੜਾ ਨਸ਼ੇੜੀ ਹੋ ਗਿਆ ਤੇ ਪੰਜਾਬ ਨੂੰ ਨਸ਼ੇੜੀ ਕੀਤਾ ਕਿੰਨੇ, ਔਰ ਜਿਹੜੇ ਲੋਕ ਦੇਸ਼ ਦੇ ਵੱਖਰੇ ਵੱਖਰੇ ਖਿੱਤਿਆਂ ਦੇ ਵਿੱਚੋਂ ਪੰਜਾਬ ਦੇ ਉੱਤੇ ਉਂਗਲ ਉਠਾਉਂਦੇ ਸਨ ਪੰਜਾਬ ਨਸ਼ੇੜੀ ਹੋ ਗਿਆ, ਉਹਨਾਂ ਦੇ ਬਾਰੇ ਮੈਂ ਓਪਨ ਲਾਈਵ ਡਿਬੇਟ ਦੇ ਵਿੱਚ ਕਈ ਚੈਨਲਾਂ ਤੇ ਇਹ ਗੱਲ ਕਹੀ ਸੀ, ਤੁਸੀਂ ਪੰਜਾਬ ਨੂੰ ਰੋਂਦੇ ਹੋ, ਇੱਥੇ ਸਾਰਾ ਦੇਸ਼ ਗਰਕ ਗਿਆ ਜੀ। ਟੈਕਨੀਕਲ ਤੌਰ ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਲੱਗਦਾ ਕਿ ਇਹ ਸਮਾਂ ਜਿੰਨਾ ਹੁਣ ਤੁਸੀਂ ਜਿਵੇਂ ਜ਼ਿਕਰ ਕੀਤਾ 45-50 ਦਿਨ ਦਾ ਸਮਾਂ, ਲੱਗਦਾ ਕਿ ਇਸ ਸਮੇਂ ਦੇ ਦੌਰਾਨ ਇਹ ਕੇਸ ਹੱਲ ਹੋਣ ਵਾਲਾ? ਇਸ ਸਮੇਂ ਦੇ ਦੌਰਾਨ ਕੇਸ ਹੱਲ ਬਿਲਕੁਲ ਨਹੀਂ ਹੋਣਾ ਜੀ। ਉਹਦਾ ਕਾਰਨ ਇਹ ਹੈ, ਮੈਂ ਤੁਹਾਨੂੰ ਦੱਸ ਰਿਹਾ ਵੀ ਜਿਹੜੀ ਅਡਾਨੀ ਪੋਰਟ ਤੋਂ ਉੱਤੋਂ ਤੇ ਅਡਾਨੀ ਨਾਲ ਸੰਬੰਧਿਤ ਜਿਹੜੀ 3000 ਕਰੋੜ ਦਾ ਨਸ਼ੀਲਾ ਪਦਾਰਥ ਗੁਜਰਾਤ ਵਿੱਚੋਂ ਮਿਲਿਆ, ਉਹਦਾ ਗੁਣਗਾਨ ਕਿਸੇ ਨੇ ਨਹੀਂ ਕੀਤਾ। ਸਾਡੀ ਨਾ ਅਕਾਲੀ ਦਲ ਬੀਜੇਪੀ ਸਰਕਾਰ ਨੇ ਤੇ ਨਾ ਕਾਂਗਰਸ ਸਰਕਾਰ ਨੇ ਉਹਨਾਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੋਟਿਸ ਦਿੱਤਾ ਹਰਜਾਨੇ ਦਾ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਸੂਹ ਕਰਨ ਦਾ ਯਤਨ ਕੀਤਾ ਜਿਨ੍ਹਾਂ ਨੇ ਪੰਜਾਬ ਨੂੰ ਬਦਨਾਮ ਕੀਤਾ, ਪੰਜਾਬ ਦੇ ਯੂਥ ਨੂੰ ਬਦਨਾਮ ਕੀਤਾ, ਪੰਜਾਬ ਦੇ ਪੋਲੀਟੀਕਲ ਲੀਡਰਾਂ ਨੂੰ ਬਦਨਾਮ ਕੀਤਾ। ਯਾਨੀ ਕਿ ਉਸ ਸਮੇਂ ਦੇ ਵਿੱਚ ਇਹ ਤੁਹਾਡੇ ਹਿਸਾਬ ਨਾਲ ਜਿੰਨਾ ਕੁ ਟਾਈਮ ਰਹਿ ਗਿਆ ਸਰਕਾਰ ਦਾ ਉਹਦੇ ਵਿੱਚ ਹੱਲ ਨਹੀਂ ਹੋਣਾ। ਉਹਦੇ ਵਿੱਚ ਜੇ ਇਹ ਨਵਾਂ ਕਮਿਸ਼ਨ ਆ ਜਾਵੇ ਪੰਜਾਬ ਸਰਕਾਰ ਵੱਲੋਂ, ਇਸ ਵੇਲੇ ਦੀ ਸਰਕਾਰ ਕਰ ਸਕਦੀ ਹੈ, ਉਹਨਾਂ ਕੋਲ ਅਪਰਚੁਨਿਟੀ ਹੈ। ਤੇ ਮੇਰਾ ਖਿਆਲ ਹੈ ਕਿ ਜਿਹੜੀ ਦੂਸ਼ਣਬਾਜ਼ੀ ਆਪਸ ਵਿੱਚ ਨੇਤਾਵਾਂ ਦੀ ਜਾਂ ਜਿਹੜੇ ਵੀ ਪੋਲੀਟੀਕਲ ਲੀਡਰ ਨੇ ਉਹਨਾਂ ਦੀ ਆਪਸ ਵਿੱਚ ਲੱਗ ਰਹੀ ਹੈ, ਉਹਨਾਂ ਨੂੰ ਇਹ ਦੂਸ਼ਣਬਾਜ਼ੀ ਛੱਡ ਕੇ ਜੜ ਤੱਕ ਪਹੁੰਚਣਾ ਚਾਹੀਦਾ। ਜੜ ਤੱਕ ਕਿਵੇਂ ਪਹੁੰਚਣਾ? ਜ਼ਿਕਰ ਕਰ ਰਹੇ ਸੀਗੇ, ਇਹ ਇਧਰੋਂ ਕਹਿ ਰਹੇ ਸੀ ਕਿ ਮਾਫੀ, ਆਪਾਂ ਉਹੀ ਸਵਾਲ ਕਰ ਰਹੇ ਸੀ ਕਿ ਮਾਫੀ ਮੰਗੀ ਹੈ, ਤੁਸੀਂ ਕੁਝ ਕਹਿਣ ਲੱਗੇ ਸੀ ਉਸ ਵਕਤ? ਦੇਖੋ, ਤੁਸੀਂ ਦੇਖਿਆ ਹੋਣਾ ਕਿ ਉਸ ਟਾਈਮ ਦੇ ਉੱਤੇ ਆਪਣੀਆਂ ਜਦੋਂ ਸਰਕਾਰ ਕਹਿੰਦੇ ਸਾਡੀ ਬਣ ਗਈ ਤੇ ਸੀਐਮ ਸਾਹਿਬ ਕੋਲ ਟਾਈਮ ਨਹੀਂ ਰਿਹਾ ਤੇ ਅਸੀਂ ਉਹਦੇ ਲਈ ਮਾਫੀ ਮੰਗ ਲਈ ਜੀ। ਪਹਿਲਾਂ ਤਾਂ ਕਿਸੇ ਵੀ ਸਰਕਾਰ ਨੂੰ ਇਸ ਤਰ੍ਹਾਂ ਜ਼ਿੰਮੇਵਾਰ ਪਰਸਨ ਨੂੰ ਉਹ ਕਿਸੇ ਤੇ ਝੂਠੇ ਲਾਂਛਨ ਲਗਾ ਕੇ ਤੇ ਮੁੜ ਕੇ ਕੋਰਟ 'ਚ ਮਾਫੀ ਮੰਗ ਲੈਣੀ ਕੋਈ ਛੋਟੀ ਗੱਲ ਨਹੀਂ ਹੈ। ਔਰ ਸਰੇਆਮ ਜਨਤਕ ਮਾਫੀ ਇਹਨਾਂ ਨੂੰ ਸਾਬਤ ਹੋਈ ਕਿ ਇਹਨਾਂ ਨੇ ਮਾਫੀ ਮੰਗੀ ਹੈ ਔਰ ਉਹਨਾਂ ਦਾ ਬਹਾਨਾ ਇਹ ਬਣਾ ਰਿਹਾ ਕਿ ਅਸੀਂ ਸਿਰਫ ਲੋਕਾਂ ਦੇ ਕੰਮ ਕਰਨੇ ਸੀ ਤਾਂ ਕਰਕੇ ਅਸੀਂ ਸਰਕਾਰ ਬਣਾਉਣੀ ਸੀ ਆਪਣੀ ਤਾਂ ਕਰਕੇ ਲੱਗੇ ਸੀ। ਜੇ ਸਰਕਾਰ ਬਣਾਉਣ ਵਾਸਤੇ ਤੁਸੀਂ ਐਡੇ ਝੂਠ ਬੋਲ ਸਕਦੇ ਹੋ ਤਾਂ ਫਿਰ ਅੱਗੇ ਜਿਹੜੀਆਂ ਸਰਕਾਰਾਂ ਬਣਾਓਗੇ ਉਹ ਕਿੱਡੇ ਵੱਡੇ ਝੂਠ ਤੇ ਬਣਾਓਗੇ, ਉਹ ਝੂਠ ਦੇ ਨਾਲ ਨਹੀਂ ਇਨਸਾਫ ਮਿਲਣਾ। ਔਰ ਇਹਨਾਂ ਦੋਨਾਂ ਪਾਰਟੀਆਂ ਨੇ ਪੰਜਾਬ ਦੇ ਜਿਹੜੀ ਯੂਥ ਨੂੰ ਬਦਨਾਮ ਕਰਨ ਦੀ ਕੋਈ ਕੋਸ਼ਿਸ਼ ਨਹੀਂ ਛੱਡੀ, ਜਿਹਦੇ ਚ 70% ਤੱਕਣ ਕਾਂਗਰਸ ਤੇ ਰਾਹੁਲ ਗਾਂਧੀ ਨੇ ਕਿਹਾ ਕਿ 70% ਪੰਜਾਬੀ ਜਿਹੜਾ ਉਹ ਨਸ਼ਈ ਹੈ ਔਰ ਉਹਦੇ ਉੱਤੇ ਫਿਲਮਾਂ ਵੀ ਬਣੀਆਂ। ਅੱਜ ਇਹਨਾਂ ਦੇ ਫਿਲਮ ਸਟਾਰਾਂ ਦੇ ਬੱਚੇ ਕਿੱਡੇ ਵੱਡੇ ਡਰੱਗਸ ਰੈਕਟ 'ਚ ਗ੍ਰਿਫਤਾਰ ਹੋ ਰਹੇ ਨੇ, ਕਿੱਡਾ ਡਰੱਗਸ ਜਿਹੜੀਆਂ ਉਹ ਬਾਹਰ ਦੀਆਂ ਸਟੇਟਾਂ 'ਚੋਂ ਮਿਲ ਰਿਹਾ। ਖਾਲੀ ਪੰਜਾਬ ਨੂੰ ਅੱਜ ਬੱਚੇ ਜਿਹੜੇ ਸਾਡੇ ਨੌਜਵਾਨ ਪੀੜ੍ਹੀ ਜਿਹੜੀ ਇੱਥੇ ਰਹਿ ਕੇ ਕੰਮ ਕਰਨਾ ਚਾਹੁੰਦੀ ਸੀ ਉਹਨਾਂ ਨੂੰ ਵੀ ਇਹਨਾਂ ਨੇ ਪੰਜਾਬ ਤੋਂ ਧੱਕਾ ਦਿੱਤਾ। ਇਹਨਾਂ ਜਿਹੜੀਆਂ ਗਲਤ ਪਾਲਿਸੀਆਂ ਔਰ ਗਲਤ ਬਿਆਨਬਾਜ਼ੀਆਂ, ਝੂਠ ਬੋਲ ਕੇ ਸੱਤਾ ਜਾਣਾ, ਇਹ ਕੋਈ ਚੰਗੀ ਗੱਲ ਨਹੀਂ। ਇਹਨੂੰ ਕੋਈ ਜਗ੍ਹਾ ਨਹੀਂ ਹੈ ਕਿਸੇ। ਵਿਨੇ ਜੀ ਤੁਹਾਡੀ ਸਰਕਾਰ ਝੂਠ ਬੋਲਦੀ ਰਹੀ ਹੈ, ਝੂਠ ਬੋਲ ਕੇ ਸੱਤਾ ਚਾਹੀਏ ਸਾਫ਼ ਤੌਰ ਤੇ ਨਾਲ ਦੀ ਨਾਲ ਸਿੱਧੇ ਤੌਰ ਤੇ ਭੱਟੀ ਸਾਹਿਬ ਨੇ ਵੀ ਕਹਿ ਦਿੱਤਾ ਕਿ ਇਹ ਮਾਮਲਾ ਹੁਣ ਤੁਹਾਡੀ ਸਰਕਾਰ ਦੇ ਸਮੇਂ ਦੇ ਵਿੱਚ ਹੱਲ ਹੋਣ ਵਾਲਾ ਨਹੀਂ। ਤੇ ਤੁਹਾਡੀ ਸਰਕਾਰ ਦੇ ਪਾਰਟੀ ਪ੍ਰਧਾਨ ਵੀ ਦਮਗਜੇ ਮਾਰ ਰਹੇ ਨੇ, ਤੁਹਾਡੇ ਡਿਪਟੀ ਸੀਐਮ ਵੀ ਦਮਗਜੇ ਮਾਰ ਰਹੇ ਨੇ ਕਿ ਜਲਦੀ ਰਿਪੋਰਟਾਂ ਖੁੱਲ੍ਹਣ ਵਾਲੀਆਂ ਨੇ।
ਅਸੀਂ ਵੱਡਾ ਐਕਸ਼ਨ ਕਰਨ ਜਾ ਰਹੇ ਹਾਂ, ਫਿਰ ਇਹਦਾ ਮਤਲਬ ਮੰਨ ਲਈਏ ਕਿ ਕੋਈ ਵੱਡੀ ਕਾਰਵਾਈ ਨਹੀਂ ਹੋਣ ਵਾਲੀ ਸਰਕਾਰ ਦੇ ਬਿਲਕੁਲ ਕਾਰਵਾਈ ਹੋਏਗੀ ਜੀ, ਬਿਲਕੁਲ ਸਮਾਂ ਸਮੇਂ ਦੇ ਵਿੱਚ ਹੀ ਹੋਏਗੀ ਕਾਰਵਾਈ ਹੋਏਗੀ ਤਾਂ ਜਾਵਾਂਗੇ ਲੋਕਾਂ ਕੋਲ ਵੋਟਾਂ ਮੰਗਣ। ਅਦਰਵਾਈਜ਼ ਤਾਂ ਸਾਡੇ ਪ੍ਰਧਾਨ ਜੀ ਤਾਂ ਬਹੁਤ ਜ਼ੋਰ ਸ਼ੋਰ ਨਾਲ ਲੱਗੇ ਹੋਏ ਨੇ, ਉਹਦਾ ਪਾਰਟੀ ਨੂੰ ਵੀ ਹਦਾਇਤ ਦੇ ਰਹੇ ਨੇ ਔਰ ਸਰਕਾਰ ਨੂੰ ਵੀ ਕਹਿ ਰਹੇ ਨੇ, ਸਰਕਾਰ ਨੂੰ ਵੀ ਰਿਕੁਐਸਟ ਕਰ ਰਹੇ ਨੇ ਵਾਰ-ਵਾਰ ਵੀ ਆਪਾਂ ਓਪਨ ਕਰੀਏ ਰਿਪੋਰਟ, ਆਪਾਂ ਓਪਨ ਕਰੀਏ। ਕੋਰਟ ਦੇ ਵਿੱਚ ਮਸਲਾ ਹੋਣ ਕਰਕੇ ਥੋੜਾ ਜਿਹਾ ਕੋਰਟਾਂ ਦਾ ਵੀ ਰਿਸਪੈਕਟਫੁਲੀ ਕੋਰਟਾਂ ਨੇ ਉਹਨਾਂ ਦਾ ਵੀ ਧਿਆਨ ਰੱਖਣਾ ਪੈਂਦਾ ਵੀ ਕੋਰਟ ਦੇ ਵਿੱਚ ਕਈ ਵਾਰੀ ਮਸਲਾ ਜਾਣ ਕਰਕੇ ਥੋੜੇ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਪੈਂਦਾ। ਅਦਰਵਾਈਜ਼ ਕੋਈ ਦਿੱਕਤ ਨਹੀਂ, ਸਮੇਂ ਤੋਂ ਪਹਿਲਾਂ ਹੀ ਸਾਰਾ ਕੁਝ ਫੈਸਲੇ ਹੋਣਗੇ। ਇਹਨਾਂ ਨੂੰ ਐਵੇਂ ਲੱਗ ਰਿਹਾ ਇਹ ਤਾਂ ਡਰਦੇ ਮਾਰੇ ਹੁਣ ਇਹਨਾਂ ਨੂੰ ਇਹ ਹੋ ਰਿਹਾ, ਮਜੀਠੀਆ ਸਾਹਿਬ ਨੂੰ ਲੱਗ ਰਿਹਾ ਵੀ ਮੈਂ ਹੁਣ ਤਾਂ ਗਿਆ, ਮੇਰਾ ਕੰਮ ਗਿਆ। ਇਸ ਕਰਕੇ ਪਰ ਇਸ ਮਾਮਲੇ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਸੀਗਾ ਕਿ ਸੰਜੀਦਗੀ ਦਿਖਾਉਣੀ ਚਾਹੀਦੀ ਸੀ? ਤੁਸੀਂ ਹੁਣ ਇਹ ਬਹਾਨਾ ਬਣਾ ਕੇ ਤਾਂ ਕੁਝ ਇਹ ਆਪਣਾ ਸੁਰਖਰੂ ਨਹੀਂ ਹੋ ਸਕਦੇ ਕਿ 4.5 ਸਾਲ ਕੈਪਟਨ ਅਮਰਿੰਦਰ ਸਿੰਘ ਜਿਹੜੇ ਸੀਗੇ ਉਹ ਸੌਫਟ ਕਾਰਨਰ ਦਿਖਾਉਂਦੇ ਰਹੇ, ਇਸ ਕਰਕੇ ਮਾਮਲੇ ਦਾ ਹੱਲ ਨਹੀਂ ਹੋਇਆ। ਤੁਹਾਡੀ ਸਰਕਾਰ ਨੂੰ ਜਵਾਬ ਤਾਂ ਦੇਣਾ ਪਵੇਗਾ ਨਾ ਕਿ ਪਿਛਲੇ 4.5 ਸਾਲ ਤੁਸੀਂ ਕੀ ਕੀਤਾ? 4.5 ਸਾਲ ਆਏ ਹੋਮ ਮਿਨਿਸਟਰ ਹੀ ਉਹਨਾਂ ਕੋਲ ਹੀ ਸੀ ਨਾ ਜੀ, ਕੈਪਟਨ ਸਾਹਿਬ ਕੋਲ ਹੀ। ਕੈਪਟਨ ਸਾਹਿਬ ਹੀ ਫੈਸਲਾ ਕਰ ਸਕਦੇ ਸੀ, ਉਹਦੇ ਵਿੱਚ ਸੁਣਵਾਈ ਕਿਸੇ ਦੀ ਹੋਰ ਹੁੰਦੀ ਨਹੀਂ ਸੀਗੀ, ਨਾ ਹੀ ਕੋਈ ਇੰਟਰਫੇਅਰ ਕਰ ਸਕਦਾ ਸੀ ਕਿਸੇ ਕੋਲੇ ਹੋਰ। ਡਿਪਾਰਟਮੈਂਟ ਹੀ ਉਹਨਾਂ ਕੋਲੇ ਸੀਗਾ ਸਾਰਾ, ਇਹ ਜੋ ਕਰ ਰਹੇ ਸੀਗੇ ਉਹੀ ਕਾਰਵਾਈ ਕਰ ਰਹੇ ਸੀਗੇ। ਇਸ ਕਰਕੇ ਥੋੜਾ ਜਿਹਾ ਡਿਲੇ ਜ਼ਰੂਰ ਹੋਇਆ ਪਰ ਫੈਸਲੇ ਜ਼ਰੂਰ ਹੋਣਗੇ, ਇਹ ਵੀ ਗੱਲ ਨਾਲ ਆ। ਇਹਨਾਂ ਕੋਲੇ ਕੋਈ ਮੁੱਦਾ ਹੋਰ ਹੁੰਦਾ ਹੀ ਨਹੀਂ ਅਕਾਲੀ ਦਲ ਵਾਲਿਆਂ ਕੋਲੇ, ਇਹਨਾਂ ਨੂੰ ਜਦੋਂ ਕੋਈ ਪੁੱਛੋ ਜਵਾਬ ਦੇਣਾ ਤਾਂ ਮੁੱਦਾ ਲੈ ਕੇ ਬਹਿ ਜਾਂਦੇ। ਅੱਜ ਕਾਂਗਰਸ ਵਾਲੇ ਜਾਂ ਇਹਨਾਂ ਦੇ ਸਿੱਧੂ ਸਾਹਿਬ ਸਿਰਫ ਕੈਪਟਨ ਅਮਰਿੰਦਰ ਸਿੰਘ ਤੇ ਭਾਂਡਾ ਫੋੜ ਕੇ ਨਹੀਂ ਭੱਜ ਸਕਦੇ, ਇਹ ਭੱਜਣ ਵੀ ਨਹੀਂ ਦਿੱਤਾ ਜਾਏਗਾ ਇਹਨਾਂ ਨੂੰ, ਕਿਉਂਕਿ ਇਹ ਖਾਲੀ ਕੈਪਟਨ ਅਮਰਿੰਦਰ ਸਿੰਘ ਦੇ ਭਾਂਡਾ ਫੋੜ ਕੇ ਬਾਕੀ ਸਾਰੇ ਉਹ ਤਾਣਾ ਬਾਣਾ ਉਹੀ ਬੁੰਨਿਆ ਇਹਨਾਂ ਨੇ ਆਲੇ ਦੁਆਲੇ। ਪਰ ਇਹਦਾ ਜਵਾਬ ਕੌਣ ਦਊਗਾ? ਜਵਾਬ ਤਾਂ ਇਹੀ ਦੇਣਗੇ ਨਾ, ਇਹ ਆਪਣੀਆਂ ਨਾਕਾਮੀਆਂ ਛੁਪਾਉਣ ਦੀ ਖਾਤਰ ਇਹ ਜਾਂਦੇ ਨੇ ਕਿ ਇਸ ਤਰ੍ਹਾਂ ਦੇ ਕੰਮ ਕਰ ਲੈਣਗੇ। ਇਹ ਗਲਤ ਹੈ, ਇਹ ਕੋਈ ਤਰੀਕਾ ਨਹੀਂ। 4.5 ਸਾਲ ਜਿਹੜੇ ਕੈਪਟਨ ਸਾਹਿਬ ਨੇ ਬਕਾਇਦਾ ਸਰਕਾਰ ਚਲਾਈ ਹੈ, ਉਹ ਕਹਿੰਦੇ ਰਹੇ ਆ ਕਿ ਜੋ ਕੋਰਟ ਕਰੇਗੀ, ਕਿਉਂਕਿ ਕੋਰਟ ਦਾ ਮੈਟਰ ਹੈ, ਕੋਰਟ ਦੇ ਵਿੱਚ ਜਾਊਗਾ, ਕੋਰਟ ਜੋ ਫੈਸਲਾ ਦਊਗੀ ਉਹਦੇ ਮੁਤਾਬਕ ਜਿਹੜੀ ਅੱਗੇ ਮੇਰੇ ਵਾਸ ਕੁਝ ਨਹੀਂ ਹੈ। ਕੰਗ ਸਾਹਿਬ ਤੁਸੀਂ ਇਹ ਜਿਹੜੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ, ਇਹ ਜਿਹੜੀਆਂ ਦਲੀਲਾਂ ਇਹਨਾਂ ਨੂੰ ਲੋੜ ਕਿਉਂ ਪੈ ਗਈ ਫਿਰ ਦੁਬਾਰਾ ਪਾਰਟੀ ਬਣਾਉਣ ਦੀ? ਦਲੀਲਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ, ਸਹਿਮਤ ਹੋ? ਜਿਹੜੀ ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਅਦਾਲਤ ਦੇ ਵਿੱਚ ਮਾਮਲਾ, ਇਸ ਕਰਕੇ ਪਹਿਲਾਂ ਗੱਲ ਇਹ ਆ ਭੋਗਲ ਸਾਹਿਬ, ਇਹ ਸਾਰੀਆਂ ਦਲੀਲਾਂ ਅਪੀਲਾਂ ਤੇ ਆਪਾਂ 4.5 ਪੌਣੇ 5 ਸਾਲ ਤੋਂ ਸੁਣਦੇ ਆ ਰਹੇ ਨਾ। ਪੰਜਾਬ ਦੇ ਲੋਕਾਂ ਨਾਲ ਕਿੱਡੀ ਠੱਗੀ ਆ, ਸੀਰੀਅਸ ਕੰਸਰਨ ਸੀ ਜਿਹੜਾ ਮਸਲਾ ਹੈ ਵੀ ਪੰਜਾਬ ਨਾਲ ਕਿੱਡਾ ਧੋਖਾ। ਇਹਦੇ 'ਚ ਤਾਂ ਕੋਈ ਮੁਨਕਰ ਨਹੀਂ ਹੋ ਸਕਦਾ ਪੈਨਲਿਸਟ ਕਿ ਨਸ਼ਿਆਂ ਦਾ ਜਿਹੜਾ ਕਾਰੋਬਾਰ ਪੰਜਾਬ 'ਚ ਹੋਇਆ, ਬਾਰਡਰ ਏਰੀਆ ਜਾ ਕੇ ਵੇਖ ਲੈਣ, ਇਹਦੇ 'ਚ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਪੰਜਾਬ 'ਚ ਅੱਜ ਚਾਹੇ 500 ਰੁਪਇਆ ਕਮਾਉਂਦਾ, ਚਾਹੇ 500 ਕਰੋੜ, ਉਹ ਆਪਣੇ ਬੱਚਿਆਂ ਨੂੰ ਇੱਥੇ ਰੱਖਣਾ ਨਹੀਂ ਚਾਹੁੰਦਾ। ਇਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਵੀ 3 ਲੱਖ ਕਰੋੜ ਦਾ ਕਰਜ਼ਾ ਪਿਛਲੇ 24 ਸਾਲਾਂ ਚੜਿਆ ਜਦੋਂ ਬਾਦਲ ਸਾਹਿਬ ਜਾਂ ਕੈਪਟਨ ਸਾਹਿਬ ਜਾਂ ਕਾਂਗਰਸ ਦੀ ਸਰਕਾਰ ਰਹੀ ਆ। ਇਹਦੇ 'ਚੋਂ ਕੋਈ ਮੁਨਕਰ ਨਹੀਂ ਹੋ ਸਕਦਾ ਵੀ ਪੰਜਾਬ ਦਾ ਬ੍ਰੇਨ ਡਰੇਨ ਹੋ ਰਿਹਾ, ਪੰਜਾਬ ਦੇ ਇੰਸਟੀਟਿਊਸ਼ਨ ਖਤਮ ਕੀਤੇ ਜਾ ਰਹੇ ਆ। ਇਹ ਵੱਡੇ ਸਵਾਲ ਹੈ। ਗੱਲ ਇਹ ਆ ਵੀ ਇਹ ਨਿਆਇਕ ਪ੍ਰਕਿਰਿਆ 'ਚ ਆ ਕੇ ਇੱਕ ਦੂਸਰੇ ਤੇ ਆਰੋਪ ਪ੍ਰਤਿਆਰੋਪ ਲਾ ਕੇ ਫਰੈਂਡਲੀ ਮੈਚ ਖੇਡ ਕੇ ਪੰਜਾਬ ਦੇ ਲੋਕਾਂ ਨਾਲ ਅਨਿਆਏ ਕੀਤਾ ਜਾ ਰਿਹਾ, ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ। ਸਾਡੀ ਫਿਕਰ ਪੰਜਾਬ ਦੇ ਲੋਕ ਹੈ, ਪੰਜਾਬ ਦਾ ਇਕਨੋਮਿਕ ਢਾਂਚਾ ਆ, ਪੰਜਾਬ ਦਾ ਨੌਜਵਾਨ ਹੈ, ਪੰਜਾਬ ਦੀ ਕਿਸਾਨੀ ਹੈ ਜਿਹੜੇ 1 ਸਾਲ ਤੋਂ ਉੱਪਰ ਹੋ ਗਿਆ ਬਾਰਡਰਾਂ ਤੇ ਬੈਠੀ ਹੈ। ਔਰ ਇਹ ਮੇਰੇ ਦੇਖੋ ਕਾਂਗਰਸ ਦੇ ਮੌਜੂਦਾ ਪ੍ਰਧਾਨ ਵੀ ਕਹਿ ਰਹੇ ਆ ਵੀ ਪਿਛਲੇ ਕਈ ਸਾਲਾਂ ਤੋਂ ਜਿਹੜਾ ਹੈ ਐਗਰੀਕਲਚਰ ਪਾਲਿਸੀ ਕੋਈ ਨਹੀਂ ਬਣੀ, ਔਰ ਇਹ ਸਾਰੇ ਵਿਦਵਾਨ ਵੀ ਕਹਿ ਚੁੱਕੇ ਆਪਣੇ ਸਾਰਿਆਂ ਸਾਹਮਣੇ ਆ, ਚਾਹੇ ਅਕਾਲੀ ਦਲ ਰਿਹਾ ਹੋਵੇ ਚਾਹੇ ਕਾਂਗਰਸ ਰਹੀ ਹੋਵੇ, ਕੋਈ ਕਿਸਾਨਾਂ ਲਈ ਪਾਲਿਸੀ ਨਹੀਂ। ਪਰ ਅਕਾਲੀ ਦਲ ਤਾਂ ਸਾਫ਼ ਤੌਰ ਤੇ ਕਹਿ ਰਿਹਾ ਕਿ ਤੁਸੀਂ ਦੂਸ਼ਣਬਾਜ਼ੀ ਕਰਦੇ ਰਹੇ ਹੋ, ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਨਹੀਂ, ਮੈਂ ਤਾਂ ਕਹਿ ਰਿਹਾ ਇਹ ਫੈਕਟ ਹੈ, ਇਹ ਪੈਨਲਿਸਟ ਵੀ ਮੰਨਣਗੇ ਵੀ ਪੰਜਾਬ ਦੇ ਹਾਲਾਤ ਅੱਜ ਇਸ ਤਰ੍ਹਾਂ ਹੈਗੇ ਕਿ ਨਹੀਂ ਹੈਗੇ, ਮੰਨਦੇ ਆ ਕਿ ਨਹੀਂ ਮੰਨਦੇ। ਕਿਉਂਕਿ ਮੈਨੂੰ ਪਤਾ, ਕਿਉਂਕਿ ਜਿਹੜਾ ਵੀ ਥੋੜਾ ਜਿਹਾ ਵੀ ਬੰਦਾ ਜਾਣਕਾਰ ਹੈ ਨਾ, ਉਹ ਇਸ ਚੀਜ਼ ਨੂੰ ਸੰਜੀਦਾ ਸਮਝਦਾ ਵੀ ਹਾਲਾਤ ਜਿਹੜੇ ਆ ਬਹੁਤ ਬਦਤਰ ਹੈ ਪੰਜਾਬ ਦੇ। ਪੰਜਾਬ ਦਾ ਚਾਹੇ ਆਰਥਿਕ ਢਾਂਚਾ ਹੈ, ਚਾਹੇ ਐਜੂਕੇਸ਼ਨ ਢਾਂਚਾ ਹੈ। ਔਰ ਵੇਖੋ ਹਾਲਾਤ ਸਾਡੇ ਇੰਸਟੀਟਿਊਸ਼ਨਸ ਬਾਹਰੋਂ ਆ ਕੇ ਨੌਕਰੀਆਂ ਤੇ ਰੱਖੇ ਜਾ ਰਿਹਾ। ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਭੋਗਲ ਸਾਹਿਬ? ਜਿਹੜੇ ਬਾਦਲ ਸਾਹਿਬ ਰਹੇ ਆ ਜਾਂ ਮੁੱਖ ਮੰਤਰੀ ਕਾਂਗਰਸ ਦੇ, ਉਹ ਆਪਣੀ ਨਿੱਜੀ ਸਿਕਿਉਰਿਟੀ 'ਚ ਬਾਹਰਲੇ ਨੌਜਵਾਨ ਭਰਤੀ ਕਰਦੇ ਸੂਬੇ ਤੋਂ, ਉਹਨਾਂ ਨੂੰ ਪੰਜਾਬੀ ਨੌਜਵਾਨਾਂ ਤੇ ਭਰੋਸਾ ਨਹੀਂ ਹੈ। ਇਹ ਕਿੱਡਾ ਵੱਡਾ ਕਲੰਕ ਹੈ ਪੰਜਾਬ ਤੇ, ਔਰ ਇਹ ਲੋਕਾਂ ਨੇ ਕੀਤਾ ਧਰੋ ਕਮਾਇਆ। ਪੰਜਾਬ ਦੇ ਜਿਹੜੇ ਰੋਜ਼ਗਾਰ ਐਮਪਲੋਇਮੈਂਟ ਹੈ ਉਹ ਵੀ ਦੂਸਰੇ ਸੂਬਿਆਂ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ, ਤੇ ਔਨ ਰਿਕਾਰਡ ਗੱਲਾਂ ਹੈ ਨਾ, ਇਹ ਸਿਰਫ ਸਾਡੇ ਦੋਸ਼ ਥੋੜੀ ਆ। ਪੱਟੀ ਸਾਹਿਬ ਦੇ ਨਾਤੇ ਤੁਸੀਂ ਇੱਕ ਬੜਾ ਅਹਿਮ ਪੁਆਇੰਟ ਚੱਕਣ ਲੱਗੇ ਸੀ, ਇਹ ਜਿਸ ਤਰੀਕੇ ਨਾਲ ਸਾਰੀਆਂ ਪਾਰਟੀਆਂ ਆਪਣਾ ਪੱਖ ਰੱਖ ਰਹੀਆਂ, ਤੁਹਾਨੂੰ ਨਜ਼ਰ ਆ ਰਿਹਾ ਕੁਛ ਇਹਦੇ ਵਿੱਚੋਂ? ਮੈਨੂੰ ਇਹਦੇ ਵਿੱਚੋਂ ਕੁਝ ਨਜ਼ਰ ਇਸ ਕਰਕੇ ਨਹੀਂ ਆ ਰਿਹਾ, ਜਦੋਂ ਹਰਪ੍ਰੀਤ ਸਿੰਘ ਸਿੱਧੂ ADGP ਸੀਗੇ ਔਰ ਕੰਟਰੋਲ ਕਰ ਰਹੇ ਸੀ ਇਹਨਾਂ ਦੀ ਸਾਰੀ ਐਕਟੀਵਿਟੀ ਨੂੰ, ਡਰੱਗਸ ਐਕਟੀਵਿਟੀ ਦਾ ਜਿੰਨਾ ਵੀ ਉਹ ਸੰਚਾਲਨ ਕਰ ਰਹੇ ਸੀਗਾ, ਉਹਨਾਂ ਦੀ ਰਿਪੋਰਟਸ ਆਈਆਂ, ਉਹ ਸਬਮਿਟ ਹੋਈਆਂ, ਸੀਲਬੰਦ
ਔਰ ਉਹ ਜਿਹੜੀ ਹੈ ਉਦੋਂ ਸਾਰਵਜਨਿਕ ਕਰਨ ਦੀ ਕੋਈ ਗੱਲ ਨਹੀਂ ਚੱਲੀ, ਕਿਸੇ ਤਰ੍ਹਾਂ ਦੀ ਵੀ ਗੱਲ ਨਹੀਂ ਚੱਲੀ। ਇਹ ਇੱਕ ਨਿਰਾਸ਼ਾ ਸੀ ਔਰ ਉਹਨਾਂ ਦਾ ਟਰਾਂਸਫਰ ਕਰਨਾ ਇਸ ਹਰਪ੍ਰੀਤ ਸਿੰਘ ਸਿੱਧੂ ਨੂੰ ਪਿੱਛੇ ਕਰਨਾ ਫਿਰ ਲਗਾ ਦੇਣਾ ਜਾਂ ਸ਼ਸ਼ੀ ਕਾਂਤ ਨੂੰ ਜਿਹੜਾ ਕੰਸਰਨ ਸੀਗਾ ਉਹਨਾਂ ਨੂੰ ਅੱਖੋਂ ਪਰੋਖੇ ਕਰਨਾ, ਇਹ ਕੋਈ ਦਿਆਨਤਦਾਰੀ ਨਹੀਂ ਸੀ। ਔਰ ਉਦੋਂ ਮੈਂ ਇਹ ਯਕੀਨ ਕਰਕੇ ਕਹਿਣਾ ਔਰ ਦਾਅਵੇ ਨਾਲ ਕਹਿਣਾ ਕਿ ਸਾਡੀ ਕਿਸੇ ਵੀ ਪੋਲੀਟੀਕਲ ਪਾਰਟੀ ਨੇ, ਜਿਹੜੀਆਂ ਖੇਤਰੀ ਪਾਰਟੀਆਂ ਨੇ ਜਾਂ ਨੈਸ਼ਨਲ ਪਾਰਟੀਆਂ, ਉਹਨਾਂ ਨੇ ਇਹਦੇ ਉੱਤੇ ਹਾਂ ਦਾ ਨਾਰਾ ਨਹੀਂ ਮਾਰਿਆ। ਇਹ ਵੀ ਸਮਝਾਇਓ ਨਾਲ, ਜਿਸ ਤਰੀਕੇ ਨਾਲ ਇੱਕ ਪਿੱਛੇ ਦੀ ਅਦਾਲਤ ਨੇ ਵੀ ਟਿੱਪਣੀ ਕੀਤੀ ਸੀ, ਕਹਿੰਦੇ ਇਸ ਤਰ੍ਹਾਂ ਰੋਕੀ ਨਹੀਂ, ਰਿਪੋਰਟ ਕਰ ਦਿਓ ਜਨਤਕ। ਇਹ ਜਨਤਕ ਕਿਉਂ ਨਹੀਂ ਹੋ ਰਹੀ? ਪਿੱਛੇ ਟੈਕਨੀਕਲ ਬੈਕਗ੍ਰਾਉਂਡ ਕੀ ਨਜ਼ਰ ਆਉਂਦੀ ਹੈ ਤੁਹਾਨੂੰ? ਇਹ ਗੱਲ ਕੋਰਟ ਨੇ ਕਹੀ, ਇਹ ਕੋਰਟ ਨੂੰ ਇੰਨੀ ਦੇਰ ਬਾਅਦ ਸਮਝ ਕਿਉਂ ਲੱਗੀ? ਪਹਿਲਾਂ ਕਿਉਂ ਨਹੀਂ ਸਮਝ ਲੱਗੀ ਜਦੋਂ ਇਹ ਕੇਸ ਚੱਲਦਾ ਸੀਗਾ? ਇਹ ਕੋਈ ਨਾ ਕੋਈ ਇਹਦੇ 'ਚ ਜ਼ਰੂਰ ਮਿਸਟਰੀਜ਼ ਹੈ, ਜਿਹਨੂੰ ਕਹਿ ਸਕਦੇ ਹਾਂ ਵੀ ਇੱਕ ਐਸੇ ਭੇਤ ਨੇ ਜਿਹੜੇ ਕਿਸੇ ਨਾ ਕਿਸੇ ਵੇਲੇ ਕਿਸੇ ਸਟੇਜ 'ਤੇ ਖੁੱਲ੍ਹਣਗੇ ਜਦੋਂ ਪੰਜਾਬ ਦਾ ਇਦੋਂ ਵੀ ਵੱਧ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੋਏਗਾ। ਮੈਂ ਤੁਹਾਨੂੰ ਇੱਥੇ ਇੱਕ ਗੱਲ ਯਾਦ ਕਰਾਉਣੀ ਚਾਹੁੰਦਾ, ਪਨਾਮਾ ਕੇਸ ਹੋਇਆ ਸੀਗਾ ਪਾਕਿਸਤਾਨ ਦੇ ਵਿੱਚ, 4 ਮਹੀਨੇ ਦੇ ਵਿੱਚ ਉਹਦਾ ਫੈਸਲਾ ਆ ਗਿਆ ਸੀਗਾ। ਹਿੰਦੁਸਤਾਨ ਦੀ ਸੁਪਰੀਮ ਕੋਰਟ ਦੇ ਵਿੱਚ ਉਹਦਾ ਅਜੇ ਤੱਕ ਫੈਸਲਾ ਹੀ ਨਹੀਂ ਆਇਆ, ਪਤਾ ਹੀ ਨਹੀਂ ਤਰੀਕ ਵੀ ਲੱਗੀ ਹੈ ਕਿ ਨਹੀਂ। ਇੱਥੇ ਤੇ ਫੇਰ ਸ਼ੁਕਰ ਹੈ ਤਰੀਕ ਲੱਗਦੀ ਪਈ ਹੈ। ਇਹ ਜਿਹੜੀਆਂ ਗੱਲਾਂ, ਜੇ ਅਸੀਂ ਇਹ ਦੇਖੀਏ ਪਾਕਿਸਤਾਨ ਦੇ ਗੁਆਂਢੀ ਜਿਹੜਾ ਸਾਡਾ ਮੁਲਕ ਹੈ, ਉਹਦੇ ਵਿੱਚ 4 ਮਹੀਨੇ ਜਾਂ 5 ਮਹੀਨੇ ਦੇ ਵਿੱਚ ਪਨਾਮਾ ਕੇਸ ਦਾ ਫੈਸਲਾ ਆ ਗਿਆ, ਤੇ ਸਾਡੀਆਂ ਸਰਕਾਰਾਂ, ਸਾਡੀ ਜੁਡੀਸ਼ੀਅਲ ਸਿਸਟਮ ਦੇ ਉੱਤੇ ਇਹ ਕਿੰਤੂ ਕਿਉਂ ਲੱਗਦਾ? ਔਰ ਇਹਦੇ ਉੱਤੇ ਕੋਈ ਵੀ ਜਵਾਬਦੇਹੀ ਕਿਸੇ ਦੀ ਕਿਸ ਹਿਸਾਬ ਨਾਲ ਆਉਣੀ ਹੈ ਜਾਂ ਨਹੀਂ ਆਉਣੀ, ਕਿਸੇ ਨੂੰ ਇਹਦੇ ਉੱਤੇ ਬੋਲਣ ਦਾ ਅਧਿਕਾਰ ਨਹੀਂ। ਅਧਿਕਾਰ ਹੈ ਤਾਂ ਕਿਹਨੂੰ ਹੈ? ਖੇਤਰੀ ਲੀਡਰਾਂ ਨੂੰ, ਖੇਤਰੀ ਪਾਰਟੀਆਂ ਦੇ ਜਿਹੜੇ ਜਿੰਨੇ ਵੀ ਸੰਬੰਧਿਤ ਨੇਤਾ ਨੇ ਉਹਨਾਂ ਨੂੰ ਇਸ ਵੇਲੇ ਜਿਹੜੀ ਇਹ 2022 ਦੀ ਆਪਾ ਥਾਪੀ ਪਈ ਹੋਈ ਹੈ ਵੀ ਅਸੀਂ ਲੀਡਰ ਕਿਵੇਂ ਬਣਨਾ, ਅਸੀਂ ਇਹ ਸੱਤਾ ਕਿਵੇਂ ਹਾਸਲ ਕਰਨੀ। ਵਿਨੇ ਜੀ ਇਹ ਬੜੀ ਅਹਿਮ ਚੀਜ਼ ਹੈ ਕਿ ਇੰਨਾ ਲੰਮਾ ਸਮਾਂ ਹੋ ਗਿਆ ਰਿਪੋਰਟ ਜਨਤਕ ਕਿਉਂ ਨਹੀਂ ਹੋ ਰਹੀ, ਪਬਲਿਕ ਡੋਮੇਨ 'ਚ ਕਿਉਂ ਨਹੀਂ ਆ ਰਹੀ? ਲਗਾਤਾਰ ਤੁਹਾਡੇ ਪ੍ਰਧਾਨ ਤਾਂ ਆਪਣੇ ਵੱਲੋਂ ਕਹਿ ਰਹੇ ਨੇ, ਤੁਹਾਡੇ ਪ੍ਰਧਾਨ ਦੇ ਘਰ ਵਾਲੀ ਜਿਹੜੇ ਨੇ ਉਹ ਵੀ ਇਹ ਕਹਿ ਰਹੇ ਨੇ ਕਿ ਮੈਂ ਰਿਪੋਰਟ ਪੜ੍ਹ ਲਈ ਹੈ, ਉਹਦੇ ਵਿੱਚ ਮਜੀਠੀਆ ਦਾ ਨਾਮ ਹੈਗਾ, ਤਾਂ ਆਪਣੇ ਵੱਲੋਂ ਟਿੱਪਣੀਆਂ ਦੀਆਂ ਲਗਾਤਾਰ ਕਰ ਰਹੇ ਨੇ। ਅੱਜ ਵੀ ਬਹੁਤ ਸਾਰੇ ਟਵੀਟ ਕੀਤੇ ਨੇ ਉਹਨਾਂ ਨੇ। ਤਾਂ ਇਹ ਜਨਤਕ ਉਹਨਾਂ ਤੱਕ ਕਿੱਦਾਂ ਪਹੁੰਚ ਗਈ? ਨਾਲੇ ਰਿਪੋਰਟ ਉਹ ਸਾਫ਼ ਤੌਰ 'ਤੇ ਮਜੀਠੀਆ ਨੇ ਵੀ ਆਪਣੀ ਪਲੀ ਜਿਹੜੀ ਪਈ ਉਹਦੇ ਵਿੱਚ ਕਿਹਾ ਕਿ ਇਹ ਜਿਹੜੀ ਰਿਪੋਰਟ ਜਿਹੜੀ ਸੀਲਬੰਦ ਅਸੀਂ ਕਹਿ ਰਹੇ ਹਾਂ ਅਦਾਲਤਾਂ ਦੇ ਵਿੱਚ ਪਈ ਆ, ਉਹਨਾਂ ਤੱਕ ਕਿਵੇਂ ਪਹੁੰਚੀ ਹੈ? ਉਹ ਅਦਾਲਤਾਂ ਦਾ ਮਜ਼ਾਕ ਉਡਾ ਰਹੇ ਨੇ। ਤਾਂ ਦੂਜੇ ਪਾਸੇ ਇਹ ਜਨਤਕ ਕਿਉਂ ਨਹੀਂ ਕਰ ਰਹੀ ਤੁਹਾਡੀ ਪਾਰਟੀ? ਨਹੀਂ, ਪ੍ਰਧਾਨ ਜੀ ਸਾਡੇ ਅਦਾਲਤਾਂ ਦਾ ਬਿਲਕੁਲ ਮਜ਼ਾਕ ਨਹੀਂ ਉਡਾ ਰਹੇ। ਉਹ ਤਾਂ ਆਨਰੇਬਲ ਹਾਈ ਕੋਰਟ ਦਾ ਮਜ਼ਾਕ ਨਹੀਂ ਕਰ ਰਹੇ, ਉਹ ਉਹਨਾਂ ਨੂੰ ਥੋੜਾ ਆਪਣਾ ਸੁਜੈਸ਼ਨ ਹੀ ਦੇ ਰਹੇ ਨੇ। ਕੋਈ ਕਿਸੇ ਨੂੰ ਕਹਿ ਨਹੀਂ ਰਹੇ ਕਿ ਵੀ ਤੁਸੀਂ ਆਹ ਕਰੋ। ਉਹ ਤਾਂ ਜੋ ਕੋਰਟ ਨੂੰ ਲੱਗੇਗਾ ਕੋਰਟ ਨੇ ਉਹਦੇ ਮੁਤਾਬਕ ਹੀ ਕਰਨਾ ਹੈ। ਅਦਰਵਾਈਜ਼ ਜੇ ਮਜੀਠੀਆ ਸਾਹਿਬ ਨੂੰ ਵੀ ਇਹ ਅੱਜ ਹੀ ਕਿਉਂ ਯਾਦ ਆਇਆ, ਕਿਉਂਕਿ 4.5 ਸਾਲ ਵੀ ਐਸਟੀਐਫ ਤਾਂ 2018 ਦੀ ਬਣੀ ਹੋਈ ਹੈ, 2017-18 ਦੀ ਬਣੀ ਹੋਈ ਹੈ ਐਸਟੀਐਫ। ਉਦੋਂ ਹੀ ਕਿਉਂ ਨਹੀਂ ਇਹ ਪਾਰਟੀ ਬਣੇ? ਉਹਨਾਂ ਨੂੰ ਉਦੋਂ ਲੱਗ ਰਿਹਾ ਸੀ ਵੀ ਸਾਡਾ ਸੌਫਟ ਕਾਰਨਰ ਆ, ਠੀਕ ਠਾਕ ਚੱਲ ਰਿਹਾ ਕੰਮ। ਹੁਣ ਅੱਜ ਹੀ ਕਿਉਂ ਲੱਗ ਰਿਹਾ ਉਹਨਾਂ ਨੂੰ ਵੀ ਮੈਂ ਪਾਰਟੀ? ਕਿਉਂਕਿ ਅੱਜ ਉਹਦੀ ਸੁਣਵਾਈ ਖਤਮ ਹੋ ਗਈ ਉਹਨਾਂ ਦੀ। ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਦੋਸ਼ੀ ਹਾਂ, ਸਾਡਾ ਸੱਚ ਸਾਹਮਣੇ ਆਉਣਾ ਹੀ ਆਉਣਾ, 2022 ਤੋਂ ਪਹਿਲਾਂ ਆਉਣਾ ਹੀ ਆਉਣਾ ਸਾਹਮਣੇ। ਇਸ ਕਰਕੇ ਸਿੱਧੂ ਸਾਹਿਬ ਬੜਾ ਵਧੀਆ ਮੁੱਦਾ ਉਠਾ ਰਹੇ ਆ, ਕੋਈ ਉਹ ਵੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਉਠਾ ਰਹੇ ਆ। ਸਰਕਾਰ ਵੀ ਬੜੀ ਤੇਜ਼ੀ ਨਾਲ ਕੰਮ ਕਰ ਰਹੀ ਹੈ। ਸਰਕਾਰ ਦੇ ਫੈਸਲੇ ਦੇਖੋ ਤੁਸੀਂ, ਰੋਜ਼ ਨਵੇਂ ਤੋਂ ਨਵੇਂ ਫੈਸਲੇ ਆ ਰਹੇ ਆ, ਬੜਾ ਲੋਕਾਂ ਨੂੰ ਰਿਲੈਕਸੇਸ਼ਨ ਮਿਲ ਰਹੀ ਆ ਕਿ ਕੋਈ ਸਰਕਾਰ ਕਿਸੇ ਕੰਮ ਤੋਂ ਭੱਜ ਨਹੀਂ ਰਹੀ। ਪਾਰਸ ਜੀ ਇਹ ਚੀਜ਼ ਸਮਝਾਓ, ਇਹ ਜ਼ਿਕਰ ਆਪਾਂ ਕਰ ਰਹੇ ਸੀਗੇ, ਅੱਜ ਉਹਨਾਂ ਨੇ ਜਿਹੜੀ ਕੱਲ ਪਿਛਲੇ ਦਿਨਾਂ ਦੇ ਵਿੱਚ ਬਿਕਰਮ ਮਜੀਠੀਆ ਜਿਹੜੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਮੈਨੂੰ ਵੀ ਪਾਰਟੀ ਬਣਾਇਆ ਜਾਵੇ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਹੜੇ ਐਡਵੋਕੇਟ ਇਸ ਮਾਮਲੇ ਨੂੰ ਲੈ ਕੇ ਤੁਰੇ ਹੋਏ ਨੇ, ਨਵਕਿਰਨ ਸਿੰਘ, ਉਹਨਾਂ ਦੇ ਉੱਪਰ ਵੀ ਉਹਨਾਂ ਨੇ ਸਵਾਲ ਖੜੇ ਕਰਤੇ ਕਿ ਉਹ ਕਹਿੰਦੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ। ਨਵਕਿਰਨ ਹੋਰਾਂ ਨਾਲ ਮੇਰੀ ਗੱਲ ਹੋਈ, ਕਹਿੰਦੇ 2017 ਦੇ ਵਿੱਚ ਜਦੋਂ ਇਲੈਕਸ਼ਨਾਂ ਦਾ ਸਮਾਂ ਸੀਗਾ ਉਦੋਂ ਕੁਝ ਸਮੇਂ ਲਈ ਅਸੀਂ ਜੁੜੇ ਸੀ, ਪਰ ਪਟੀਸ਼ਨ ਅਸੀਂ ਉਦੋਂ ਥੋੜੀ ਨਾ ਪਈ ਆ, ਪਟੀਸ਼ਨ ਤਾਂ ਕਦੋਂ ਦੀ ਪਾਈ ਹੋਈ ਆ। ਫਿਰ ਇਹ ਚੀਜ਼ਾਂ ਹੁਣ ਆਣ ਕੇ ਕਹਿਣੀਆਂ ਤਾਂ ਲੱਗਦਾ ਕਿ ਵਾਜਬ ਹੈ ਇਹ ਚੀਜ਼? ਨਹੀਂ, ਮੈਂ ਤਾਂ ਬਿਆਨ ਬਾਰੇ ਮੈਂ ਤਾਂ ਪੜ੍ਹਿਆ ਨਹੀਂ, ਨਾ ਮੈਂ ਸੁਣਿਆ, ਨਾ ਇਹਦੇ ਤੇ ਮੈਂ ਟਿੱਪਣੀ ਕਰਨੀ ਚਾਹਾਂਗਾ। ਬਟ ਮੈਨੂੰ ਇਹ ਨਹੀਂ ਆਂਦਾ ਕਿ ਇਹ ਜਿਹੜੇ ਕਹਿ ਰਹੇ ਪ੍ਰਧਾਨ ਸਾਹਿਬ ਸਾਡੇ ਕੰਮ ਕਰ ਰਹੇ ਆ, ਉਹ ਤਾਂ ਰੋਜ਼ ਨਵੀਂ ਵਿਆਹੀ ਵੋਟੀ ਤਰ੍ਹਾਂ ਰੁੱਸ ਕੇ ਘਰੇ ਬੈਠੇ ਹੁੰਦੇ ਆ ਵੀ ਉਹਨਾਂ ਨੇ ਕੀ ਕੰਮ ਕਰਨਾ। ਉਹਨਾਂ ਨੇ ਕੰਮ ਕਰਨਾ ਹੁੰਦਾ ਤੇ ਪਹਿਲੇ ਦਿਨ ਕਰਦੇ, ਜਦੋਂ ਮੰਤਰੀ ਪਦ ਤੇ ਬੈਠੇ ਸਨ, ਸਰਕਾਰ ਦੇ ਵਿੱਚ ਸਨ ਉਹ, ਤਾਂ ਉਦੋਂ ਇਹ ਰਿਪੋਰਟਾਂ ਕਿਉਂ ਨਹੀਂ ਜਨਤਕ ਕੀਤੀਆਂ? ਹੁਣ ਆ ਕੇ ਕਿਉਂ ਐਂਡ ਦੇ ਉੱਤੇ ਇਹ ਗੱਲਾਂ ਸੋਚਦੇ ਕਿ ਮੈਂ ਹੁਣ ਸਰਕਾਰ ਕਰੂਗੀ? ਉਹ ਬਾਹਰ ਬੈਠ ਕੇ ਜੋ ਮਰਜ਼ੀ ਗੱਲਾਂ ਕਰੀ ਜਾਣ। ਕੰਮ ਸਰਕਾਰ ਨੇ ਚਲਾਉਣਾ ਹੁੰਦਾ, ਉਹ ਆਪਣੀ ਪਾਰਟੀ ਚਲਾਉਣ ਦਾ ਕੰਮ ਹੈ ਉਹਨਾਂ ਦਾ ਕੰਮ ਇਹ ਨਹੀਂ ਹੈਗਾ ਕਿ ਉਹ ਸਰਕਾਰ ਚਲਾਉਣਗੇ। ਸਰਕਾਰ ਚਲਾਣੀ ਹੈ ਸੀਐਮ ਨੇ। ਸਰਕਾਰ ਦੀ ਹਰ ਗੱਲ 'ਚ ਇੰਟਰਫੇਰੈਂਸ ਕਰ ਰਹੇ ਆ। ਹੁਣ ਏਜੀ ਨਹੀਂ ਚਾਹੀਦਾ, ਹੁਣ ਡੀਜੀਪੀ ਨਹੀਂ ਚਾਹੀਦਾ। ਇਹਦਾ ਮਤਲਬ ਸਿਰਫ ਬਾਦਲਾਂ ਨਾਲ ਨਿੱਜੀ ਰੰਜਿਸ਼ ਕੱਢਣ ਦੀ ਖਾਤਰ ਇਹ ਸਭ ਕੁਝ ਕੀਤਾ ਜਾ ਰਿਹਾ। ਔਰ ਇਹ ਬਿਲਕੁਲ ਕਲੀਅਰ ਹੈ ਜੋ ਉਹਨਾਂ ਦੀ ਜਿਹੜੀ ਹੈ ਉਹ ਸਥਿਤੀ ਵੀ ਦੱਸਦੀ ਹੈ, ਉਹ ਕਿਸ ਤਰ੍ਹਾਂ ਹਰ ਸਮੇਂ ਉਹਨਾਂ ਦੇ
ਇੱਕੋ ਹੀ ਲਫ਼ਜ਼ ਆ ਕਿ ਫਲਾਨਾ, ਇੱਕੋ ਹੀ ਪਰਿਵਾਰ ਦੇ ਲਫ਼ਜ਼ ਬੋਲੀ ਜਾਣੇ। ਜੇ ਕਿਸੇ ਨੇ ਕੋਈ ਗੁਨਾਹ ਕੀਤਾ, ਜੇ ਮੈਂ ਕੋਈ ਗੁਨਹਗਾਰ ਹਾਂ ਤਾਂ ਕੋਰਟ ਅਦਾਲਤ ਸਰਕਾਰਾਂ ਉਹਨਾਂ ਨੂੰ ਸਜ਼ਾਵਾਂ ਦਿੰਦੀਆਂ, ਠੀਕ ਹੈ ਨਾ। ਉਹ ਕੋਈ ਵੀ ਜਿਹੜੀ ਸੰਸਥਾ ਉਹਨੂੰ ਸਜ਼ਾ ਦਿੰਦੀ ਹੈ। ਜੇ ਆਪਾਂ ਇਹ ਮੰਨੀਏ ਕਿ ਖਾਲੀ ਬਿਆਨਬਾਜ਼ੀ ਕਰਕੇ ਤੇ ਲੋਕਾਂ ਨੂੰ ਭਰਮਾਉਣ ਲਈ ਹੁਣ ਵੋਟਾਂ ਆ ਰਹੀਆਂ ਦੁਬਾਰਾ, ਹੁਣ ਸਾਰੇ ਚੀਜ਼ਾਂ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਜੀ 4.5 ਸਾਲ ਰਹਿ ਗਏ, ਉਹ ਸਾਰਾ ਭਾਂਡਾ ਉਹਨਾਂ ਸਿਰ 'ਚ ਭੰਨਦੇ ਹੋ ਤੇ ਆਪ ਕਹੋ ਜੀ ਅਸੀਂ ਸੱਚੇ ਸੁੱਚੇ ਆ ਵੀ ਤੁਸੀਂ ਆਪਣੀਆਂ ਮਿਨਿਸਟਰੀਆਂ ਛੱਡ ਕੇ ਉਦੋਂ ਕਿਉਂ ਨਹੀਂ ਬਿਜਲੀ ਸਸਤੀ ਕੀਤੀ ਜਦੋਂ ਮਹਿਕਮਾ ਦਿੱਤਾ ਗਿਆ। ਜਗਦੀਸ਼ ਭੋਲਾ ਦਾ ਨਾਮ ਦਾ ਹੀ ਅਸੀਂ ਜ਼ਿਕਰ ਕਰ ਲਈਏ, ਜਗਜੀਤ ਚਹਿਲ ਦੀ ਗੱਲ ਕਰ ਲਈਏ, ਮਨਜਿੰਦਰ ਸਿੰਘ ਔਲਖ ਦੀ ਅਸੀਂ ਗੱਲ ਕਰ ਲਈਏ, ਇਕਬਾਲੀਆ ਬਿਆਨ, ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੁੰਦੀ। ਲੱਗਦਾ ਕਿ ਲੰਮਾ ਸਮਾਂ ਇਹ ਜਦੋਂ ਇਦਾਂ ਦੇ ਇਕਬਾਲੀਆ ਬਿਆਨ ਵੀ ਆ ਜਾਂਦੇ ਉਹ ਵੀ ਜਨਤਕ ਨਹੀਂ ਹੁੰਦੇ। ਦਾ ਭੱਟੀ ਸਾਹਿਬ ਨੇ ਕਿਹਾ ਕਿ ਹਰਪ੍ਰੀਤ ਸਿੱਧੂ ਦੀ ਰਿਪੋਰਟ ਜਿਹੜੀ ਹੈ ਉਹਨੇ ਤਾਂ ਸਾਰਾ ਕੁਝ ਕਹਿੰਦੇ ਪਾਣੀ ਦਾ ਪਾਣੀ ਕੀਤਾ ਸੀ, ਉਹਨੂੰ ਵੀ ਸਾਈਡ ਤੇ ਕਰ ਦਿੱਤਾ ਗਿਆ, ਬਾਅਦ ਵਿੱਚ ਦੁਬਾਰਾ ਲਾਇਆ ਗਿਆ। ਇਹ ਰਿਪੋਰਟਾਂ ਜਨਤਕ ਕਿਉਂ ਨਹੀਂ ਹੋ ਰਹੀਆਂ, ਜਾਂ ਇਹਨਾਂ ਦੇ ਬਿਆਨ ਜਿਹੜੇ ਘੱਟੋ ਘੱਟ ਇਹ ਪਬਲਿਕ ਡੋਮੇਨ ਦੇ ਵਿੱਚ ਤੁਹਾਡੇ ਹਿਸਾਬ ਨਾਲ ਨਸ਼ਰ ਕਰਨੇ? ਵੇਖੋ, ਇਹਦੇ 'ਚ ਇੱਕ ਗੱਲ ਹੋਰ ਜੋੜਦਾ, ਉਦੋਂ ਇੱਕ ਈਡੀ ਅਫਸਰ ਸੀਗੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ, ਉਦੋਂ ਸੈਂਟਰ 'ਚ ਸਰਕਾਰ ਸੀ ਔਰ ਅਕਾਲੀ ਦਲ ਭਾਈਵਾਲ ਸੀ, ਉਹ ਇਮੀਡੀਏਟਲੀ ਜਿਹੜਾ ਆ ਉਹਨਾਂ ਦੀ ਟ੍ਰਾਂਸਫਰ ਕਰ ਦਿੱਤੀ ਗਈ ਸੀ। ਇਹਨਾਂ ਨੇ ਇਨਕੁਆਇਰੀ ਕੀਤੀ ਸੀ ਜਿਨ੍ਹਾਂ ਨੇ ਮਜੀਠੀਆ ਸਾਹਿਬ ਦੀ ਜੀ ਡਿਪਟੀ ਡਾਇਰੈਕਟਰ, ਜਦੋਂ ਉਹਨਾਂ ਦੇ ਟ੍ਰਾਂਸਫਰ ਜਿਹੜੇ ਸੀਗੇ ਉਹ ਮਾਨਯੋਗ ਹਾਈ ਕੋਰਟ ਨੇ ਸਟੇ ਕੀਤੀ ਸੀਗੀ। ਮੈਂ ਭੱਟੀ ਸਾਹਿਬ ਗੱਲ ਖਤਮ ਕਰ ਲਾਂ। ਐਸਟੀਐਫ ਦੀ ਜਦੋਂ ਰਿਪੋਰਟ ਸਬਮਿਟ ਹੋਈ ਆ ਹਾਈ ਕੋਰਟ 'ਚ ਹਰਪ੍ਰੀਤ ਸਿੱਧੂ ਵਾਲੀ, ਉਦੋਂ ਕੋਰਟ ਨੇ ਕਿਹਾ ਸੀ ਐਕਸ਼ਨ ਟੇਕਨ ਰਿਪੋਰਟ ਵੀ ਲੈ ਕੇ ਆਓ, ਵੀ ਤੁਸੀਂ ਐਕਸ਼ਨ ਕੀ ਲਿਆ ਇਹਦੇ ਤੇ। ਇਸ ਤੋਂ ਹੀ ਸਾਬਤ ਹੋ ਜਾਂਦਾ ਵੀ ਤੁਸੀਂ ਰਿਪੋਰਟ ਜਨਤਕ ਕਰ ਸਕਦੇ ਹੋ। ਤੀਸਰੀ ਗੱਲ, ਹੁਣ ਤੁਸੀਂ ਦੇਖੋ ਮਿਲ ਕੇ ਕਿਸ ਤਰ੍ਹਾਂ ਚੱਲਦੇ। ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣਿਆ ਤੇ ਐਡਵੋਕੇਟ ਜਨਰਲ ਕਿਹਨੂੰ ਲਾਇਆ? ਜਿਹੜਾ ਸੁਮੇਸ਼ ਸਿੰਘ ਸੈਣੀ ਦਾ ਵਕੀਲ ਹੈ। ਡਾਇਰੈਕਟਰ ਜਨਰਲ ਆਫ ਪੁਲਿਸ ਕਿਹਨੂੰ ਲਾਇਆ? ਜਿਹੜਾ ਬੇਅਦਬੀ ਦੇ ਮਾਮਲਿਆਂ 'ਚ ਕਲੀਨ ਚਿੱਟ ਦੇ ਚੁੱਕਿਆ ਹੈ ਬਾਦਲ ਸਾਹਿਬ ਔਰ ਬਾਕੀ ਉਹਨਾਂ ਦੇ ਪਰਿਵਾਰ ਨੂੰ। ਚਲੋ ਅਸੀਂ ਨਹੀਂ ਕਹਿੰਦੇ ਵੀ ਉਹਨਾਂ ਦਾ ਕਿੰਨਾ ਰੋਲ ਹੈ ਤੇ ਸਾਹਮਣੇ ਆਉਣਾ ਚਾਹੀਦਾ ਪਬਲਿਕਲੀ, ਲੇਕਿਨ ਜਿਹੜਾ ਬੰਦਾ ਆਲਰੇਡੀ ਕਲੀਨ ਚਿੱਟ ਦੇ ਚੁੱਕਿਆ ਔਰ ਤੋਂ ਨਿਆਂ ਦੀ ਉਮੀਦ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ? ਇਹਦਾ ਮਤਲਬ ਉਹੀ ਬੰਦੇ ਅਫਸਰ ਲਾਏ ਚੰਨੀ ਸਾਹਿਬ ਨੇ, ਔਰ ਅਕਾਲੀ ਦਲ ਕਿਸ ਤਰੀਕੇ ਨਾਲ ਇਹ ਦੋਨਾਂ ਅਫਸਰਾਂ ਨੂੰ ਡਿਫੈਂਡ ਕਰ ਰਿਹਾ। ਤੁਸੀਂ ਅੱਜ ਕੱਲ੍ਹ ਅਕਾਲੀ ਦਲ ਨੂੰ ਦੇਖੋ, ਸਾਰੇ ਵੱਡੇ ਲੀਡਰਾਂ ਦੇ ਬਿਆਨ, ਸੁਖਬੀਰ ਸਿੰਘ ਬਾਦਲ ਸਾਹਿਬ ਹੋਣ, ਮਜੀਠੀਆ ਸਾਹਿਬ ਹੋਣ, ਉਹ ਇਹ ਦੋਨਾਂ ਅਫਸਰਾਂ ਨੂੰ ਡਿਫੈਂਡ ਇਸ ਤਰ੍ਹਾਂ ਕਰ ਰਹੇ ਜਿਸ ਤਰ੍ਹਾਂ ਇਹਨਾਂ ਦਾ ਕੋਈ ਪਰਸਨਲ ਘਾਟਾ ਪੈ ਗਿਆ ਹੁੰਦਾ ਉਹਨਾਂ ਨੂੰ ਬਾਹਰ ਕੱਢਣ ਤੇ। ਹਜੇ ਤੇ ਐਡਵੋਕੇਟ ਜਨਰਲ ਹੀ ਬਦਲਿਆ। ਗੱਲ ਉਹ ਆ ਸੀਰੀਅਸ ਜਿਹੜੀ ਮਸਲਾ ਇਹ ਆ ਵੀ ਇਹ ਸਾਰਾ ਖੇਡ ਜਿਹੜਾ ਆ ਫਰੈਂਡਲੀ ਮੈਚ ਹੋ ਰਿਹਾ, ਲੋਕਾਂ ਨੂੰ ਕੋਈ ਨਿਆਂ ਨਹੀਂ ਮਿਲ ਰਿਹਾ। ਇਹ ਤੇ ਕੋਈ ਨਹੀਂ ਨਾ ਮੁਨਕਰ ਹੋ ਸਕਦਾ ਗੁਰੂ ਸਾਹਿਬ ਦੀ ਬੇਅਦਬੀ ਹੋਈ, ਇਹ ਕੋਈ ਮੁਨਕਰ ਨਹੀਂ ਹੋ ਸਕਦਾ ਵੀ 6000 ਕਰੋੜ ਦਾ ਜਿਹੜਾ ਡਰਗ ਮਾਫੀਆ ਸੀ, ਭੋਲੇ ਦੀ ਗਵਾਹੀ ਆ ਉਹਦੇ ਚ, ਬਿੱਟੂ ਜਿਸ ਤਰ੍ਹਾਂ ਤੁਸੀਂ ਨਾਂ ਲਿਆ, ਮਨਿੰਦਰ ਸਿੰਘ ਔਲਖ ਦਾ ਨਾਂ ਲਿਆ, ਇਹ ਸਾਰਾ ਸਕੈਂਡਲ ਤੇ ਹੋਇਆ ਹੈ ਨਾ, ਤੇ ਕੋਈ ਤੇ ਜ਼ਿੰਮੇਵਾਰ ਇਹਦੇ ਲਈ ਹੈਗਾ ਹੈ ਨਾ। ਤੇ ਜੇ ਹੈਗਾ ਆ ਤੇ ਉਹ ਕਿਉਂ ਨਹੀਂ ਲੋਕ ਉਹਨੂੰ ਸਜ਼ਾ ਫਾਇਲ ਆਇਆ ਕਾਂਗਰਸ ਨੇ 4.5 ਸਾਲ ਜੀ। ਤੀਸਰੀ ਗੱਲ ਬੜੀ ਇੰਪੋਰਟੈਂਟ, ਮਜੀਠੀਆ ਸਾਹਿਬ ਇਹ ਪਲੀ ਲੈਂਦੇ ਆਪਣੀ ਪਟੀਸ਼ਨ 'ਚ ਅਹੇ ਜੀ ਇਹ ਜਨਤਕ ਕਿਸ ਤਰ੍ਹਾਂ ਕਰਤੀ, ਤੇ ਮਜੀਠੀਆ ਸਾਹਿਬ ਨੂੰ ਕਿਹਨੇ ਕਹਿਤਾ ਵੀ ਉਹਨਾਂ ਦਾ ਨਾਮ ਸਭ ਤੋਂ ਨੰਬਰ 1 ਤੇ ਆ? ਉਹਨਾਂ ਨੂੰ ਕਿਹਨੇ ਦੱਸਤਾ ਸੀ? ਅਲਟੀਮੇਟਲੀ ਸਭ ਅੰਦਰ ਖਾਤੇ ਮਿਲੇ ਹੋਏ ਆ ਜੀ। ਵਿਨੇ ਜੀ ਲੋਕਾਂ ਨੂੰ ਫ੍ਰੈਂਡਲੀ ਮੈਚ ਖੇਡ ਰਹੇ ਹੈ ਤੁਸੀਂ ਪਿਛਲੇ ਲੰਬੇ ਸਮੇਂ ਤੋਂ। ਆਮ ਆਦਮੀ ਪਾਰਟੀ ਦਾ ਤਾਂ ਇਹ ਕੰਮ ਹੀ ਇਹ ਰੌਲਾ ਪਾਉਣਾ ਨਜਾਇਜ਼, ਕਿਉਂਕਿ ਆਮ ਆਦਮੀ ਪਾਰਟੀ ਦਾ ਤਾਂ ਕੇਜਰੀਵਾਲ ਸਾਹਿਬ ਆਪ ਹੀ ਪਹਿਲਾਂ ਹੀ ਮਾਫੀ ਮੰਗੇ, ਉਹ ਤਾਂ ਝੂਠ ਬੋਲਦੇ, ਹਰ ਗੱਲ ਦੇ ਵਿੱਚ ਝੂਠ ਬੋਲਦੇ ਨੇ। ਉਹਨਾਂ ਨੂੰ ਲੱਗਦਾ ਵੀ ਦਿੱਲੀ ਮਾਡਲ ਅਸੀਂ ਪਤਾ ਨਹੀਂ ਕੀ ਕੁਛ ਕਰਤਾ ਹੈ, ਦਿੱਲੀ ਮਾਡਲ ਕਰੀ ਜਾ ਰਹੇ। ਇੱਥੋਂ ਵਾਲੇ ਐਮਐਲਏ ਸਾਰੇ ਭੱਜ ਕਾਂਗਰਸ ਚ ਆ ਰਹੇ ਆ। ਉਹਨਾਂ ਦਾ ਕੋਈ ਪਾਰਟੀ ਦੇ ਉੱਤੇ ਕੋਈ ਕਮਾਂਡ ਹੀ ਹੈ ਨਹੀਂ, ਕਿਉਂਕਿ ਉਹ ਆਪਣੀ ਡਿਕਟੇਟਰਸ਼ਿਪ ਚਮਕਾਉਣਾ ਚਾਹੁੰਦੇ ਸਿਰਫ। ਹੋਰ ਉਹਨਾਂ ਨੂੰ ਕੋਈ ਉਧਰ ਵਾਲੀ ਪੰਜਾਬ ਨਾਲ ਤਾਂ ਉਹਨਾਂ ਦਾ ਕੋਈ ਸਨੇਹ ਹੀ ਹੈ ਨਹੀਂ, ਕਿਉਂਕਿ ਅੱਜ ਤੱਕ ਪੰਜਾਬ ਨੂੰ ਕੋਈ ਚਿਹਰਾ ਹੀ ਨਹੀਂ ਦੇ ਸਕੇ, ਪੰਜਾਬੀ ਬੰਦਾ ਹੀ ਨਹੀਂ ਦਿੱਤਾ ਇਹਨਾਂ ਨੇ ਅੱਜ ਤੱਕ, ਕਿਉਂਕਿ ਉਹ ਤੁਹਾਨੂੰ ਐ ਲੱਗਦਾ ਵੀ ਦਿੱਲੀ ਤੋਂ ਲੈ ਕੇ ਤੁਸੀਂ ਲੋਕਾਂ ਨੂੰ ਕੀ ਦਿੱਤਾ ਇਹ ਦੱਸੋ ਨਾ। ਸਰਕਾਰ ਤੁਹਾਡੀ ਸੀ, ਸਰਕਾਰ ਸਾਰੇ, ਤੁਸੀਂ ਦੱਸੋ ਵੀ 4.5 ਸਾਲ ਚ ਬੇਅਦਬੀ ਨਸ਼ਿਆਂ ਦੇ ਮਸਲੇ ਚ ਕੀ ਦਿੱਤਾ? ਦੱਸ, ਗੱਲ ਖਤਮ। ਸਰਕਾਰ ਨੇ ਕਾਫੀ ਕੁਝ ਦੇ ਦਿੱਤਾ, ਕਾਫੀ ਕੁਝ ਲੋਕਾਂ ਨੂੰ ਪਤਾ ਚੱਲ ਚੁੱਕਿਆ। ਜਿਹੜੇ ਬੰਦੇ ਮਗਰਮੱਛਾ ਉਹਨਾਂ ਨੂੰ ਵੀ ਪਤਾ ਹੀ ਆ, ਉਹਨਾਂ ਨੂੰ ਵੀ ਪਤਾ ਹੀ ਆ, ਵੇਟ ਕਰ ਰਹੇ ਮੇਰਾ ਵੀਰ ਉੱਤੇ ਆਓ ਉਹਦੇ ਤੇ ਹੀ ਆ ਉਹ, ਕਿਉਂਕਿ ਉਹਨਾਂ ਨੂੰ ਪਤਾ ਹੀ ਆ ਜਿਹੜੇ ਬੰਦੇ ਮਗਰਮੱਛ ਆ ਉਹਨਾਂ ਨੂੰ ਪਤਾ ਲੱਗ ਗਿਆ। ਫਾਇਲ ਨਹੀਂ ਲਾਉਂਗੇ ਤੇ ਕਿਸ ਤਰ੍ਹਾਂ ਪਤਾ ਲੱਗ ਜੂ? ਫਾਇਲ ਤਾਂ ਫਾਇਲ ਕੋਈ ਲਾਇਆ ਨਹੀਂ, ਫਾਇਲ ਵੀ ਲੱਗ ਜਾਣਗੇ। ਪੋਲੀਟੀਕਲ ਸਟੰਟ ਹੋ ਰਿਹਾ ਭੋਗਲ ਸਾਹਿਬ, ਲੈ ਟਪਾ ਦੇਣਾ ਇਹਨਾਂ ਨੇ ਟਾਈਮ। ਭੱਟੀ ਸਾਹਿਬ ਤੁਹਾਡੇ ਲਈ ਵੀ ਹੋਣਾ, ਪਾਰਸ ਜੀ ਤੁਸੀਂ ਵੀ ਦੱਸ ਦਿਓ, ਤੁਹਾਨੂੰ ਵੀ ਆਮ ਆਦਮੀ ਪਾਰਟੀ ਸਾਫ਼ ਤੌਰ ਤੇ ਇਲਜ਼ਾਮ ਲਾ ਰਹੀ ਹੈ ਕਿ ਤੁਸੀਂ ਫ੍ਰੈਂਡਲੀ ਮੈਚ ਖੇਡ ਰਹੇ ਹੋ, ਸਾਰਿਆਂ ਨੂੰ ਪਤਾ ਵੀ ਕੌਣ। ਮਤਲਬ ਲੌਜੀਕ ਨਾਲ ਗੱਲ ਕਰ ਰਹੇ ਨਾ, ਲੌਜਿਕ ਨਾਲ ਗੱਲ ਕਰੇ ਕੋਈ। ਇੱਕ ਛੋਟੀ ਜਿਹੀ ਬੇਨਤੀ ਮੈਂ ਕਰਨੀ ਹੈ ਜ਼ਰੂਰ ਜੀ। ਬਰਗਾੜੀ ਕਾਂਡ ਦੇ ਦੋਸ਼ੀ ਅਜੇ ਤੱਕ ਆਇਡੈਂਟੀਫਾਈ ਨਹੀਂ ਹੋਏ।
ਔਰ ਜਦੋਂ ਕੋਈ ਬੱਚੇ ਫੜੇ ਜਾਂਦੇ ਨੇ ਉਹਨਾਂ ਤੇ ਫੱਟ ਚੇਪੀ ਲਾ ਦਿੱਤੀ ਜਾਂਦੀ ਹੈ, ਇਹ ਖਾਲਿਸਤਾਨੀ ਸੀ, ਇਹ ਆਤੰਕਵਾਦੀ ਸੀ, ਇਹ ਫਲਾਣੀ ਸੰਸਥਾ ਨਾਲ ਸੰਬੰਧਿਤ ਸੀਗਾ, ਇਹ ਐਂਟੀ ਨੈਸ਼ਨਲ ਐਕਟੀਵਿਟੀਜ਼ ਕਰਦਾ ਸੀ। ਪੁਲਿਸ ਦੀ ਹੁਸ਼ਿਆਰੀ ਦੇਖੋ ਕਿੰਨੀ ਹੈ, ਉਹਨਾਂ ਨੂੰ ਪਦਮ ਸ਼੍ਰੀ ਮਿਲਣਾ ਚਾਹੀਦਾ ਕਿ ਨਹੀਂ ਮਿਲਣਾ ਚਾਹੀਦਾ। ਔਰ ਜਿਨ੍ਹਾਂ ਨੇ ਇਹਦੇ ਚੋਂ ਕੁਤਾਹੀ ਕੀਤੀ ਹੈ ਬਰਗਾੜੀ ਦੇ ਦੋਸ਼ੀ ਲੱਭਣ ਲਈ, ਉਹਨਾਂ ਬਾਰੇ ਸਰਕਾਰ ਕੀ ਆਪਣਾ ਬਿਆਨ ਦਿੰਦੀ ਹੈ ਅੱਜ? ਕਿਉਂਕਿ ਮੇਰੇ ਵੀਰ ਗੁਪਤਾ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਬੜੀ ਤੇਜ਼ੀ ਨਾਲ ਇਹਦੇ ਤੇ ਕੰਮ ਕਰ ਰਹੀ ਹੈ, ਜਰਾ ਇਹਦੇ ਤੇ ਵੀ ਤੇਜ਼ੀ ਦਿਖਾ ਦਿੱਤੀ ਜਾਏ ਤੇ ਜੇ ਉਹ ਨੌਕਰੀਆਂ ਕਰ ਰਹੇ ਨੇ ਤੇ ਉਹਨਾਂ ਨੂੰ ਘਰ ਬਹਾ ਦਿੱਤਾ ਜਾਏ। ਮੇਰੀ ਇਹ ਬੇਨਤੀ ਹੈ ਚੰਨੀ ਸਾਹਿਬ ਨੂੰ ਵੀ, ਤੁਹਾਡੇ ਚੈਨਲ ਦੇ ਥਰੂ, ਤੇ ਪੰਜਾਬ ਦੇ ਲੋਕਾਂ ਨੂੰ ਵੀ, ਕਿ ਆਪਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇੰਨੀ ਗੱਲ ਲਈ ਮਜਬੂਰ ਕਰ ਦਿਓ ਤਾਂ ਕਿ ਜਿਹੜੀਆਂ ਅੱਗੋਂ ਆ ਰਹੀਆਂ ਚੋਣਾਂ ਨੇ ਉਹਦੇ ਵਿੱਚ ਜਿਹੜੇ ਵੀ ਨੇਤਾ ਇਸ ਦੇ ਵਿੱਚ ਪੈਰ ਰੱਖਣ ਚੋਣਾਂ ਦੇ ਪਿੜ ਦੇ ਵਿੱਚ, ਉਹਨਾਂ ਨੂੰ ਇਹ ਪਤਾ ਹੋਵੇ ਕਿ ਪੰਜਾਬ ਦੇ ਲੋਕਾਂ ਨੂੰ ਜਵਾਬਦੇਹੀ ਦੇਣੀ ਪੈਣੀ ਹੈ। ਭਾਰਤ ਜੀ ਤੁਸੀਂ ਦੱਸ ਦਿਓ ਮਾੜਾ ਜਿਹਾ, ਕਹਿੰਦੇ ਫ੍ਰੈਂਡਲੀ ਮੈਚ ਖੇਡ ਰਹੇ, ਆਮ ਆਦਮੀ ਪਾਰਟੀ ਸਾਫ਼ ਤੌਰ ਤੇ ਇਲਜ਼ਾਮ ਲਗਾ ਰਹੀ ਹੈ, ਕਹਿੰਦੇ ਸਾਰਿਆਂ ਨੂੰ ਪਤਾ ਹੈਗਾ ਦੋਸ਼ੀ ਕੌਣ ਆ, ਪਰ ਫ੍ਰੈਂਡਲੀ ਮੈਚ ਕਾਂਗਰਸ ਨਾਲ ਮਿਲ ਕੇ ਤੁਸੀਂ ਖੇਡ ਰਹੇ ਹੋ। ਨਹੀਂ, ਇਹ ਤਾਂ ਇਲਜ਼ਾਮਬਾਜ਼ੀ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਦੀ, ਜੋ ਝੂਠ ਬੋਲਣਾ ਇਹਨਾਂ ਦੀ ਫਿਤਰਤ ਦੇ ਵਿੱਚ ਸ਼ਾਮਲ ਹੈ। ਔਰ ਅਸੀਂ ਤਾਂ ਪਹਿਲੇ ਹੀ ਕਹਿ ਰਹੇ ਹਾਂ, ਇਹ A ਟੀਮ ਤੇ B ਟੀਮ ਕਾਂਗਰਸ ਤੇ ਆਮ ਆਦਮੀ ਪਾਰਟੀ ਕਰਕੇ ਖੇਡੀ ਜਾ ਰਹੀ ਹੈ ਔਰ ਇਹ ਦੁਸ਼ਤਬਾਜ਼ੀ ਲਗਾ ਕੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ, ਜਿਹੜਾ ਕਿ ਇਹਨਾਂ ਦੋਨਾਂ ਨੂੰ ਨਹੀਂ ਸ਼ੋਭਦਾ। ਪੰਜਾਬੀ ਹੋਣ ਦੇ ਨਾਤੇ ਵੀ ਪੰਜਾਬ ਦਾ ਇੱਕ ਇੱਕ ਬੱਚਾ ਅੱਜ ਇਹ ਸਟੇਟ ਛੱਡਣ ਨੂੰ ਤਿਆਰ ਹੋ ਗਿਆ, ਤੋਂ ਛੱਡ ਕੇ ਦੁਨੀਆ ਲੋਕ ਆਪਣੇ ਬੱਚੇ ਬਾਹਰ ਭੇਜ ਰਹੀ ਹੈ। ਪਰ ਜੀ ਤੁਹਾਡੇ ਪ੍ਰਧਾਨ ਵੀ ਤਾਂ ਕਹਿ ਰਹੇ ਨੇ ਵੀ ਅਸੀਂ ਪੈਸੇ ਦੇਵਾਂਗੇ, ਜਿਨ੍ਹਾਂ ਨੌਜਵਾਨਾਂ ਨੇ ਵਿਦੇਸ਼ ਜਾਣਾ ਅਸੀਂ ਉਹਨਾਂ ਨੂੰ ਲੋਨ ਦੇਵਾਂਗੇ, ਤੁਹਾਡੇ ਪ੍ਰਧਾਨ ਵੀ ਕਹਿ ਰਹੇ ਨੇ ਉਹ ਚੀਜ਼ਾਂ। ਨਹੀਂ ਐਦਾਂ, ਉਹ ਬੱਚਿਆਂ ਨੇ ਪੜ੍ਹਾਈਆਂ ਕਰਨ ਜਾਣੀਆਂ, ਉਹ ਪੜ੍ਹਾਈ ਕਰਨ ਵਾਸਤੇ ਉਹ ਕਿਤੇ ਵੀ ਬੱਚਾ ਜਾ ਸਕਦਾ। ਡਬਲ ਸਟੈਂਡਰਡ ਨਾ ਰੱਖੋ, ਦੋ ਚੀਜ਼ਾਂ ਕਹਿ ਰਹੇ ਤੁਸੀਂ, ਇੱਕ ਪਾਸੇ ਤੁਸੀਂ ਕਹਿ ਰਹੇ ਮਜਬੂਰ ਕੀਤਾ ਜਾ ਰਿਹਾ, ਦੂਜੇ ਪਾਸੇ ਕਹਿੰਦੇ ਵੀ ਅਸੀਂ ਪੈਸੇ ਦੇਵਾਂਗੇ। ਜੇ ਪੰਜਾਬ ਦੇ ਵਿੱਚ ਅੱਜ ਇਨਫਰਾਸਟ੍ਰਕਚਰ ਲਿਆਂਦਾ, ਉਹ ਕਿਹਨੇ ਲਿਆਂਦਾ? ਇਹ ਬਾਦਲ ਸਰਕਾਰ ਦੀ ਕਾਮਯਾਬੀਆਂ ਸਨ ਜਦੋਂ ਇਨਫਰਾਸਟ੍ਰਕਚਰ ਆਏ ਪੰਜਾਬ ਦੇ ਅੰਦਰ। ਅੱਜ ਰੋਡਾਂ ਉੱਤੇ ਆਪਾਂ ਚੱਲ ਰਹੇ ਹਾਂ, ਕਿਹੜੀ ਚੀਜ਼ ਦੀ? ਮੈਂ ਖੁਦ ਇਸ ਪੰਜਾਬ ਦਾ ਜੰਪਲ ਆ, ਕੋ ਮੈਨੂੰ ਨਹੀਂ ਪਤਾ ਕੌਣ ਕੀ ਕਰ ਰਿਹਾ। ਪੰਜਾਬ ਦੇ ਜੰਪਲ ਤਾਂ ਸਾਰੇ ਨੇ, ਪਰ ਮਸਲਾ ਤਾਂ ਇਹ ਹੈ ਭਾਰਤ ਜੀ, ਤੁਸੀਂ ਇੱਕ ਪਾਸੇ ਗੱਲ ਕਹਿ ਰਹੇ ਹੋ ਕਿ ਵਿਦੇਸ਼ ਜਾਣ ਲਈ ਮਜਬੂਰ ਕਰਤਾ, ਦੂਜੇ ਪਾਸੇ ਤੁਹਾਡੀ ਪਾਰਟੀ ਦੇ ਪ੍ਰਧਾਨ ਵੀ ਕਹਿ ਰਹੇ ਨੇ ਵੀ ਅਸੀਂ 10 ਲੱਖ ਰੁਪਇਆ ਲੋਨ ਦੇਵਾਂਗੇ। ਇਹ ਗੱਲ ਨਹੀਂ ਹੈ, ਲੋਨ ਬੱਚਿਆਂ ਨੂੰ ਸਟੱਡੀ ਕਰਨ ਵਾਸਤੇ, ਕਿਤੇ ਵੀ ਬੱਚਾ ਤੁਹਾਡੇ ਤੇ ਇਲਜ਼ਾਮ ਇਹ ਵੀ ਲਾਏ ਇਹਨਾਂ ਨੇ, ਹੁਣੇ ਤੁਹਾਡੇ ਸਾਹਮਣੇ ਲਾ ਕੇ ਹਟੇ ਆ ਕਿ ਕਹਿੰਦੇ ਵੀ ਤੁਸੀਂ ਆਪਣੀ ਸਿਕਿਉਰਿਟੀ 'ਚ ਤੁਹਾਡੇ ਜਿਹੜੇ ਪ੍ਰਧਾਨ ਨੇ ਕੋਈ ਵੀ ਬੰਦਾ ਤੁਸੀਂ ਉਹ ਨਹੀਂ ਰੱਖਿਆ ਜਿਹੜਾ ਪੰਜਾਬ ਦਾ ਹੋਵੇ, ਬਾਹਰੋਂ ਲਿਆ ਕੇ ਰੱਖੇ ਸਾਰੇ। BSF ਦੇ ਅਫਸਰ ਰਹੇ ਜਿਹੜੇ ਨਹੀਂ, BSF ਦੇ ਜਿਹੜੇ ਰਹੇ ਜਵਾਨ ਜਾਂ ਦੂਜੇ ਜਵਾਨ ਨੇ, ਇਹ ਜਿਹੜੀਆਂ ਸਿਕਿਉਰਿਟੀ ਪਰਪਸ ਨੇ, ਇਹ ਏਜੰਸੀਆਂ ਦਾ ਕੰਮ ਹੈ, ਏਜੰਸੀਆਂ ਦਾ ਕੰਮ ਹੈ। ਨੋਟ ਇਹ ਬਿਆਨਬਾਜ਼ੀਆਂ ਝੂਠੀਆਂ ਕਰਨੀਆਂ, ਧਰੋਕ ਮਾਰਿਆ ਜਾ ਰਿਹਾ। ਇਹਨਾਂ ਨੇ ਕੀ ਕੀਤਾ ਅੱਜ ਤੱਕ? ਸੁਖਬੀਰ ਜੀ ਗਏ ਸੀ ਲੁਧਿਆਣੇ, ਗੱਲ ਕੀ ਕਰ ਰਿਹਾ? ਪ੍ਰਵਾਸੀ ਭਲਾਈ ਬੋਰਡ ਬਣਾਉ, ਇਹਨਾਂ ਨੂੰ ਨੌਕਰੀਆਂ ਦਊ, ਇਹਨਾਂ ਦੇ NRI ਨੂੰ ਟਾਰਗੇਟ ਕਰ ਰਹੇ। ਮੇਰਾ ਮਤਲਬ ਹੈ ਵੀ ਹਾਲਾਤ ਕੀ ਬਣਾਤੇ ਆ। ਜਿਹੜੀ ਪੰਥਕ ਪਾਰਟੀ ਜਿਹਦਾ ਏਡਾ ਵੱਡਾ ਇਤਿਹਾਸ ਰਿਹਾ, ਇਸ ਪਰਿਵਾਰ ਨੇ ਆ ਕੇ ਏਡਾ ਬੇੜਾ ਗਰਕ ਕਰਤਾ। ਔਰ ਪੰਜਾਬ ਦਾ ਬੜਾ ਭਰੋਸਾ ਸੀ ਇਸ ਪਾਰਟੀ ਦੇ, ਇਹੋ ਜਿਹੀ ਗੱਲ ਨਹੀਂ ਗੀ। ਇਹ ਤੇ ਹੁਣ ਭਾਵੇਂ ਇਹਨਾਂ ਦੀ ਮਜਬੂਰੀ ਹੈ, ਇੱਥੇ ਬੈਠੇ ਅੰਦਰੋਂ ਤੇ ਇਹਨਾਂ ਇਹ ਵੀ ਰੋਂਦੇ ਆ। ਕੋਈ ਮਜਬੂਰੀ ਨਹੀਂ ਜੀ ਸਾਡੀ, ਇਹ ਵੀ ਆਪਣੇ ਬੱਚੇ ਨਹੀਂ ਇੱਥੇ ਰੱਖਣਾ ਚਾਹੁੰਦੇ। ਅਸੀਂ ਗੱਲ ਇਹ ਰੱਖਣਾ ਚਾਹੁੰਦੇ, ਮੇਰੇ ਖੁਦ ਦੇ ਬੱਚੇ ਇੱਥੇ ਆ, ਮੇਰੇ ਖੁਦ ਦੇ ਬੱਚੇ ਇੱਥੇ ਕੰਮ ਕਰ ਰਹੇ ਆ। ਗੱਲ ਇਹ ਹੈ, ਸੁਣੋ ਮੇਰੀ ਗੱਲ ਸੁਣੋ ਭਾਈ ਸਾਹਿਬ, ਸੜਕਾਂ ਤੇ ਬਣਾਉਣੀਆਂ ਹੁੰਦੀਆਂ ਸਰਕਾਰਾਂ ਨੇ, ਇਹ ਕੰਮ ਹੈ। ਪੰਜਾਬੀ ਯੂਨੀਵਰਸਿਟੀ ਸਾਡੀ ਆ ਭੋਗਲ ਸਾਹਿਬ, ਪੰਜਾਬ ਯੂਨੀਵਰਸਿਟੀ ਸਾਡੀ ਆ। ਇੱਥੇ ਵਾਈਸ ਚਾਂਸਲਰ ਬਾਦਲਾਂ ਦੇ ਟਾਈਮ ਆਊਟ ਆਫ ਸਟੇਟ ਲੱਗਿਆ। ਬਾਦਲ ਉਦੋਂ ਸਰਕਾਰ ਸੀ, ਪੰਜਾਬ 'ਚ ਵੀ ਸੈਂਟਰ 'ਚ ਵੀ। ਪੰਜਾਬੀ ਯੂਨੀਵਰਸਿਟੀ ਭਾਸ਼ਾ ਦੇ ਆਧਾਰ ਤੇ ਇਕਲੌਤਾ ਇੰਸਟੀਚਿਊਟ ਹੈ ਦੁਨੀਆ ਦਾ, ਮਤਲਬ 2 ਇੰਸਟੀਚਿਊਟ ਹੈ, ਇੱਕ ਉਹਨਾਂ ਦਾ ਯਹੂਦੀਆਂ ਦਾ, ਇੱਕ ਪੰਜਾਬੀ। ਉਹ ਫਾਈਨੈਂਸ਼ੀਅਲ ਕ੍ਰਾਈਸਿਸ ਨਾਲ ਪਿਛਲੇ 20 ਸਾਲ ਤੋਂ ਗੁਜ਼ਰ ਰਿਹਾ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਾਡਾ ਸਰਮਾਇਆ ਐਗਰੀਕਲਚਰ। ਕੰਗ ਜੀ ਆਪਾਂ ਥੋੜਾ ਵਿਸ਼ੇ ਤੋਂ ਪਰਲੇ ਪਾਸੇ ਆ ਰਿਹਾ। ਮੈਂ ਤੇ ਟੌਪਿਕ ਤੇ ਰਹਿਣਾ ਚਾਹੁੰਦਾ, ਇਹ ਗੱਲ ਇੱਧਰ ਉੱਧਰ ਲੈ ਜਾਂਦੇ ਨਾ। ਮੈਂ ਤੇ ਨਸ਼ੇ, ਤੁਸੀਂ ਅੱਜ ਡਿਬੇਟ ਰੱਖੀ ਹੈ ਨਸ਼ਿਆਂ ਤੇ, ਮੈਂ ਤੇ ਕਹਿ ਰਿਹਾ ਵੀ ਪੰਜਾਬ ਦੇ ਲੋਕਾਂ ਨੇ ਕੀ ਮਿਲਿਆ? ਕੈਪਟਨ ਸਾਹਿਬ ਤੇ ਹੀ ਭਰੋਸਾ ਕੀਤਾ, ਬਾਦਲ ਸਾਹਿਬ ਤੇ ਖੈਰ ਬਹੁਤ ਭਰੋਸਾ ਕੀਤਾ, 15 ਸਾਲ ਰਹੇ ਆ। ਹੁਣ ਪਿੱਛੇ ਹੁਣੇ ਗੱਲ ਚੱਲ ਰਹੀ ਸੀ ਬੇਅਦਬੀ ਵਾਲੇ ਮਸਲਿਆਂ ਤੇ ਹੀ, ਮੰਨ ਲਓ ਸੁਮੇਧ ਸਿੰਘ ਸੈਣੀ DGP ਨੂੰ ਲਾਇਆ, ਜਿਹਨੇ ਸਭ ਤੋਂ ਵੱਧ ਸਿੱਖ ਨੌਜਵਾਨ ਮਾਰਿਆ ਬੇਕਸੂਰ। ਇਸ ਤੋਂ ਵੱਡਾ ਧੋਖਾ ਅਕਾਲੀ ਦਲ ਬਾਦਲ ਕੀ ਕਰ ਸਕਦਾ ਪੰਜਾਬ ਨਾਲ? ਵਿਲੇ ਜੀ ਹੁਣ ਤੁਹਾਡੇ ਤੋਂ ਅਖੀਰ ਦੇ ਵਿੱਚ ਇੱਕ ਸਵਾਲ ਲੈ ਲਈਏ, ਕਿਉਂਕਿ ਬੜਾ ਅਹਿਮ ਸਵਾਲ ਆ। ਤੁਸੀਂ ਲਗਾਤਾਰ ਦਾਅਵੇ ਕਰ ਰਹੇ ਹੋ ਵੱਡੀ ਕਾਰਵਾਈ ਕਰਨੀ ਹੈ,
ਕੀ ਟਾਈਮ ਬਾਉਂਡ ਕਾਰਵਾਈ ਕਰਨ ਦੀ ਇੱਛਾ ਦੇ ਵਿੱਚ ਹੈਗੀ ਤੁਹਾਡੀ ਸਰਕਾਰ ਇਸ ਵੇਲੇ? ਬਿਲਕੁਲ ਜੀ, ਬਿਲਕੁਲ ਕਾਰਵਾਈ ਹੋਏਗੀ, ਤੁਹਾਨੂੰ ਪਤਾ ਲੱਗੇਗਾ ਕਾਰਵਾਈ ਹੋਏਗੀ। ਬਿਲਕੁਲ ਥੋੜੇ ਦਿਨਾਂ ਦੇ ਵਿੱਚ ਹੀ ਪਤਾ ਲੱਗ ਜਾਏਗਾ, ਕਿਉਂਕਿ ਸਰਕਾਰ ਬਹੁਤ ਤੇਜ਼ੀ ਨਾਲ ਫੈਸਲੇ ਲੈ ਰਹੀ ਆ। ਜਿਵੇਂ ਸਾਰੇ ਡਿਪਾਰਟਮੈਂਟਾਂ ਦੇ ਵਿੱਚ, ਜਿਵੇਂ ਰਾਜਾ ਵੜਿੰਗ ਜੀ ਕਿੰਨੇ ਵਧੀਆ ਫੈਸਲੇ ਕਰ ਰਹੇ, ਕਿੰਨੇ ਵਧੀਆ ਕੰਮ ਕਰ ਰਹੇ ਨੇ, ਉਵੇਂ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਅੱਛੇ ਕੰਮ ਹੋ ਰਹੇ ਨੇ। ਸੁਖੀ ਰੰਧਾਵਾ ਜੀ ਬਹੁਤ ਅੱਛਾ ਕੰਮ ਕਰ ਰਹੇ ਨੇ। ਕਦੋਂ ਤੱਕ ਦੋਸ਼ੀ ਜਿਹੜੇ ਸਲਾਖਾਂ ਦੇ ਪਿੱਛੇ ਹੋਣਗੇ, ਕਿਉਂਕਿ ਸਾਰੇ ਮਾਮਲੇ ਲਟਕੇ ਹੋਏ ਨੇ? ਕਦੋਂ ਤੱਕ ਤੁਹਾਡਾ ਅੰਦਾਜ਼ਾ ਕੀ ਹੈਗਾ? 1 ਮਹੀਨੇ ਦੇ ਵਿੱਚ ਕਰ ਦੂੰਗੇ, 15 ਦਿਨਾਂ ਦੇ ਵਿੱਚ, 20 ਦਿਨਾਂ ਦੇ ਵਿੱਚ, 25 ਦਿਨਾਂ ਦੇ ਵਿੱਚ? ਬਿਲਕੁਲ ਫੈਸਲਾ ਹੋਏਗਾ ਜੀ, ਬਿਲਕੁਲ 2022 ਤੇ ਜਾਣ ਤੋਂ ਪਹਿਲਾਂ ਸਾਰੇ ਫੈਸਲੇ ਹੋਣਗੇ। ਤੁਹਾਨੂੰ ਸਾਰਿਆਂ ਨੂੰ ਪਤਾ ਲੱਗੇਗਾ ਵੀ ਫੈਸਲੇ ਵਾਕਈ ਸਰਕਾਰ ਨੇ ਜੋ ਕਿਹਾ ਸੀ ਉਹ ਕੀਤਾ ਹੈ, ਕਿਉਂਕਿ ਸਮਾਂ ਵੀ ਸਾਨੂੰ ਵੀ ਪਤਾ ਸਮਾਂ ਥੋੜਾ ਹੈ, ਇਸ ਕਰਕੇ ਸਰਕਾਰ ਸਮੇਂ ਤੋਂ ਪਹਿਲਾਂ ਹੀ ਸਾਰੇ ਫੈਸਲੇ ਕਰੇਗੀ। ਭੱਟੀ ਸਾਹਿਬ, ਫੈਸਲਾ ਹੋਣਾ, ਘੋਸ਼ਣਾ ਹੋਣੀ ਇੱਕ ਅਲੱਗ ਚੀਜ਼ ਹੈ, ਉਹਦੀ ਇੰਪਲੀਮੈਂਟੇਸ਼ਨ ਜਿਹੜੀ ਹੈ, ਐਲਾਨ ਜ਼ਿਆਦਾ ਹੋ ਰਹੇ ਤੁਹਾਡੇ ਹਿਸਾਬ ਨਾਲ? ਇੰਪਲੀਮੈਂਟੇਸ਼ਨ ਵੀ ਨਾਲ ਹੋ ਰਹੀ ਹੈ, ਕੋਈ ਐਸੀ ਗੱਲ ਇੰਪਲੀਮੈਂਟੇਸ਼ਨ ਜਿਹੜੇ ਉਹਦੇ ਰਿਜ਼ਲਟ ਆਉਣੇ ਨੇ ਉਹ ਕਦੋਂ ਤੇ ਕਿਵੇਂ ਆਉਣਗੇ, ਇਹਦੇ ਬਾਰੇ ਸਰਕਾਰ ਚੁੱਪ ਹੈ। ਇਹਦੇ ਚ ਗੱਲ ਇੱਕ ਇੰਪਲੀਮੈਂਟੇਸ਼ਨ ਵੀ ਹੋ ਰਹੀ ਹੈ ਨਾਲ। ਵਿਨੈ ਜੀ, ਚਲੋ ਮੈਂ ਗੱਲ ਇੱਕ ਪਾ ਮੰਨ ਲੈਂਦੇ ਆ, ਰਾਜਾ ਵੜਿੰਗ ਬਹੁਤ ਵਧੀਆ ਕੰਮ ਕਰ ਰਹੇ, ਮੈਂ ਐਗਰੀ ਕਰ ਰਿਹਾ ਤੁਹਾਡੇ ਨਾਲ। ਉਹਨਾਂ ਨੇ ਕਿਹਾ ਵੀ 56 ਲੱਖ ਰੁਪਇਆ ਇਨਕਮ ਰੋਜ਼ ਦੀ ਵੱਧ ਗਈ ਟਰਾਂਸਪੋਰਟ ਡਿਪਾਰਟਮੈਂਟ ਦੀ, ਲੇਕਿਨ ਜਿਹੜੀ 4.5 ਸਾਲ ਲੁੱਟਿਆ ਹੈ ਉਹ ਬੰਦੇ ਕੌਣ ਦੋਸ਼ੀ ਆ, ਉਹ ਕਿਉਂ ਨਹੀਂ ਸਾਹਮਣੇ ਲਿਆਏ ਜਾ ਰਹੇ? ਉਹਨਾਂ ਬਾਰੇ ਕਿਉਂ ਨਹੀਂ ਬੋਲੇ? ਹਾਂ, ਇਸ ਕਰਕੇ ਸਾਨੂੰ ਲੱਗਦਾ ਇਹ ਸਾਰਾ ਇਲੈਕਸ਼ਨ ਸਟੰਟ ਹੈ, ਸਿਰਫ 1.5 ਮਹੀਨੇ ਦੀ, ਕਿਉਂਕਿ ਅਸਲ ਦੋਸ਼ੀਆਂ ਨੂੰ ਜਿੰਨਾ ਚਿਰ ਤੁਸੀਂ ਨਹੀਂ ਨਾ ਲਿਆਉਂਗੇ ਜਾਂ ਫਾਇਲ ਨਹੀਂ ਲਾਉਂਗੇ ਉਹਨਾਂ ਚਿਰ ਲੋਕਾਂ ਨੂੰ ਭਰੋਸਾ ਨਹੀਂ। ਕੋਈ ਇਲੈਕਸ਼ਨ ਸਟੰਟ ਨਹੀਂ। ਆਮ ਘਰਾਂ ਦੇ ਮੁੰਡੇ ਅੱਜ ਮੰਤਰੀ ਬਣੇ ਆ, ਮੁੱਖ ਮੰਤਰੀ ਬਣੇ, ਇਹਨਾਂ ਨੂੰ ਹਜਮ ਨਹੀਂ ਹੋ ਰਹੇ, ਗੱਲ ਕੁਛ ਨਹੀਂ ਹੈਗੀ। ਮੈਂ ਤਾਂ ਤੁਹਾਡਾ ਐਗਰੀ ਕਰ ਲਿਆ। ਮੈਂ ਕਿਹਾ 4.5 ਸਾਲ, ਇਹਦਾ ਮਤਲਬ ਰਾਜਾ ਵੜਿੰਗ ਹੀ ਕਹਿੰਦੇ ਆ ਨਾ ਵੀ 4.5 ਸਾਲ ਇਸ ਚੀਜ਼ ਨੂੰ ਲੁੱਟਿਆ ਗਿਆ ਸੀ ਪਹਿਲਾਂ। ਮੈਂ ਕਿਹਾ ਐਗਰੀ ਕਰਤਾ, ਰਾਜਾ ਵੜਿੰਗ ਨੇ ਬਹੁਤ ਵਧੀਆ ਕੰਮ ਕੀਤਾ, ਲੇਕਿਨ ਜਿਹੜਾ 4.5 ਜਿਹਨੇ ਲੁੱਟਿਆ ਉਹਨਾਂ ਨੂੰ ਦੋਸ਼ੀ ਉਹਨਾਂ ਤੇ ਐਕਸ਼ਨ ਕਿਉਂ ਨਹੀਂ? ਉਹ ਵੀ ਸਾਹਮਣੇ 5000 ਕਰੋੜ ਦਾ ਜਿਹੜਾ ਨੁਕਸਾਨ ਹੋਇਆ ਪੰਜਾਬ ਦੇ ਐਕਸਚੇਕਰ ਨੂੰ, ਉਹਦਾ 50,000 ਕਰੋੜ ਤੋਂ ਵੱਧ ਗੱਲ ਕਰ ਰਹੇ ਨੇ। ਨਸ਼ੇ ਦੇ ਕਾਰੋਬਾਰੀਆਂ ਨੂੰ ਬਚਾਇਆ ਗਿਆ, ਗੱਲ ਆਇਆ। ਦੋਸ਼ੀਆਂ ਨੂੰ ਫਾਇਲ ਨਾ ਲਾਉਂਗੇ ਪੰਜਾਬ ਨੂੰ ਨਿਆਂ ਨਹੀਂ ਮਿਲ ਸਕਦਾ। ਵਿਨੈ ਜੀ, ਕੋਈ ਹੈ ਤੁਹਾਡੇ ਤੋਂ ਪੱਕ? ਦੋਸ਼ੀਆਂ ਨੂੰ ਫਾਇਦਾ ਕੋਰਟ ਨੇ ਲਾਉਣਾ ਜੀ, ਕੋਰਟ ਨੇ ਫੈਸਲਾ ਕਰਨਾ ਹੈ। ਅਸੀਂ ਤਾਂ ਉਹਨਾਂ ਨੂੰ ਦੱਸ ਹੀ ਸਕਦੇ ਆ, ਉਹਨਾਂ ਦੇ ਅਦਾਲਤ ਦੇ ਸਾਹਮਣੇ ਸਾਰੇ ਕੇਸ ਪਏ ਆ, ਕੋਈ ਐਸੀ ਗੱਲ ਨਹੀਂ, ਕੋਈ ਬਚ ਕੇ ਨਹੀਂ ਜਾਏਗਾ। ਇਹਨਾਂ ਨੂੰ ਐਵੇਂ ਲੱਗ ਰਿਹਾ ਵੀ ਸਾਡੇ ਕੋਲ ਕੋਈ ਮੁੱਦਾ ਹੀ ਰਹਿ ਨਹੀਂ ਗਿਆ, ਨਾ ਆਮ ਆਦਮੀ ਪਾਰਟੀ ਕੋਲੇ ਮੁੱਦਾ, ਨਾ ਅਕਾਲੀ ਦਲ ਕੋਲ ਕੋਈ ਮੁੱਦਾ। ਕਾਂਗਰਸ ਕੰਮ ਕਰ ਰਹੀ ਆ, ਉਹਨਾਂ ਨੂੰ ਇਹ ਲੱਗ ਰਿਹਾ ਵੀ ਸਰਕਾਰ ਦੁਬਾਰਾ ਫੇਰ ਨਵੀਂ ਆ ਰਹੀ ਹੈ ਇਹਨਾਂ ਦੀ। ਭੱਟੀ ਸਾਹਿਬ, ਅਖੀਰ ਤੇ ਹੁਣ ਇੱਕ ਥੋੜਾ ਜਿਹਾ ਐਨਾਲਿਸਿਸ, ਜਿਹੜਾ ਕਿਉਂਕਿ ਅਦਾਲਤ ਦੇ ਵਿੱਚ ਅੱਜ ਡਬਲ ਬੈਂਚ ਦੇ ਕੋਲ ਸੁਣਵਾਈ ਹੋਈ, ਨਵੇਂ ਉਹਦੇ ਵਿੱਚ ਜੱਜ ਸਾਹਿਬ ਜਿਹੜੇ ਸੰਦੀਪ ਮੋਦਗਿਲ, ਉਹਨਾਂ ਨੂੰ ਮੌਕਾ ਮਿਲਿਆ ਵੀ ਇਸ ਮਾਮਲੇ ਵਿੱਚ ਹੁਣ ਅੱਗੇ ਹੱਲ ਕਰਨਾ ਹੈਗਾ। ਉਹਨਾਂ ਨੇ ਸਮਾਂ ਮੰਗ ਲਿਆ 6 ਦਸੰਬਰ ਤੱਕ ਦਾ। ਲੱਗਦਾ ਕਿ ਇਹ ਹੁਣ ਸਮਾਂ ਬੜਾ ਕਰੂਸ਼ੀਅਲ ਹੈਗਾ। ਇਸ ਸਮੇਂ ਦੇ ਦੌਰਾਨ ਕੀ ਕੁਝ ਹੋ ਸਕਦਾ ਤੁਹਾਡੇ ਹਿਸਾਬ ਨਾਲ ਟੈਕਨੀਕਲ ਤੌਰ ਤੇ ਜਿਸ ਤਰੀਕੇ ਨਾਲ ਜਿਹੜੀ, ਕਿਉਂਕਿ ਹਰੇਕ ਵਿਅਕਤੀ ਕੋਲ ਆਪਣੀ ਪੱਖ ਰੱਖਣ ਦਾ ਹੱਕ ਹੈਗਾ। ਮੈਨੂੰ ਲੱਗਦਾ ਕਿ ਬਿਕਰਮ ਮਜੀਠੀਆ ਨੇ ਜਿਹੜੀ ਪਲੀ ਪਾਈ ਆ, ਉਹ ਉਸ ਦੀ ਵੀ ਸੁਣਵਾਈ ਉਸੇ ਦਿਨ ਹੋਣੀ ਹੈ, ਤਾਂ ਉਹਨਾਂ ਨੂੰ ਵੀ ਮੌਕਾ ਜ਼ਰੂਰ ਦਿੱਤਾ ਜਾਊਗਾ। ਇਸ ਹਿਸਾਬ ਨਾਲ ਤਰੀਕਾ ਪੈ ਜਾਣਗੇ। ਜੇ ਤੇ ਟਾਈਮ ਬਾਉਂਡ ਸੁਣਵਾਈ ਹੋ ਜਾਂਦੀ ਹੈ ਫਿਰ ਤੇ ਕੋਈ ਨਤੀਜਾ ਮੰਨਿਆ ਜਾ ਸਕਦਾ ਕਿ ਮਾਨਯੋਗ ਹਾਈ ਕੋਰਟ ਤੋਂ ਆ ਸਕਦਾ ਹੈ। ਜੇ 6 ਤੋਂ ਅੱਗੇ ਤਰੀਕ ਜੰਪ ਕਰ ਜਾਂਦੀ ਹੈ ਤੇ ਸਮਝ ਲਓ ਵੀ ਇਲੈਕਸ਼ਨ ਜਿਹੜੀ ਹੈ ਉਹ ਨਿਕਲ ਜਾਏਗੀ, ਕੋਡ ਆ ਜਾਏਗਾ। ਇੱਕ ਚੀਜ਼ ਇਹ ਵੀ ਕਿ ਇਸ ਮਾਮਲੇ ਦੇ ਵਿੱਚ ਡੇ ਟੂ ਡੇ ਹੀਅਰਿੰਗ ਦੀ ਮੰਗ ਕਰ ਸਕਦੀ ਸੀ ਪਹਿਲੇ ਦਿਨ ਤੋਂ ਸਰਕਾਰ, ਜਦੋਂ ਬਿਲਕੁਲ ਮੰਗ ਕੀਤੀ ਜਾ ਸਕਦੀ ਹੈ, ਔਰ ਹੁਣ ਵੀ ਐਪਲੀਕੇਸ਼ਨ ਮੂਵ ਹੋ ਸਕਦੀ ਹੈ ਡੇ ਟੂ ਡੇ ਪ੍ਰੋਸੀਡਿੰਗ ਦੀ, ਔਰ 6 ਦਸੰਬਰ ਤੋਂ ਪਹਿਲੇ ਦੀ ਤਰੀਕ ਮੰਗੀ ਜਾ ਸਕਦੀ ਹੈ, ਔਰ ਉਹਦੇ ਮੁਤਾਬਕ ਕੰਮ ਕੀਤਾ ਜਾ ਸਕਦਾ ਹੈ। ਇੱਥੇ ਜਵਾਬ ਦਿਓ ਹੁਣ, ਕਿਉਂਕਿ ਡੇ ਟੂ ਡੇ ਹੀਅਰਿੰਗ ਮੈਂ ਟੈਕਨੀਕਲ ਤੌਰ ਤੇ ਵੀ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਡੇ ਟੂ ਡੇ ਹੀਅਰਿੰਗ ਮੰਗ ਨਹੀਂ ਸਕਦੀ ਸੀ ਤੁਹਾਡੀ ਸਰਕਾਰ ਜਦੋਂ ਸੱਤਾ, ਤੁਸੀਂ ਮੰਨ ਲਿਆ ਵੀ ਚਲੋ 4.5 ਸਾਲ ਤੁਹਾਡਾ ਸੀਐਮ, ਜਿਹੜਾ ਤੁਸੀਂ ਆਪਣੇ ਮੂੰਹੋਂ ਤੁਹਾਡੇ ਮੰਤਰੀ ਕਹਿੰਦੇ ਵੀ ਕੰਪਰੋਮਾਈਜ਼ ਸੀਗਾ, ਜਦੋਂ ਤੁਹਾਡੇ ਹੱਥ ਜਿਹੜੇ ਨਵੇਂ ਆਗੂ ਆਏ ਉਹਨਾਂ ਦੇ ਹੱਥ ਪਾਵਰ ਆਈ, ਕਿ ਉਹ ਡੇ ਟੂ ਡੇ ਹੀਅਰਿੰਗ ਨਹੀਂ ਮੰਗ ਸਕਦੇ ਸੀ? ਡੇ ਟੂ ਡੇ ਹੀਅਰਿੰਗ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਾਡੇ ਨਵੇਂ ਏਜੀ ਕਦੋਂ ਕਰੋਗੇ ਜੀ? ਅੱਜ ਕੱਲ ਏਜੀ ਅੱਜ ਅਪਾਇੰਟ ਹੋ ਜਾਣਗੇ, ਅੱਜ ਹੋ ਜਾਣ ਜਾਂ ਕੱਲ ਹੋ ਜਾਣਗੇ ਨਵੇਂ ਏਜੀ, ਬਸ ਉਸ ਦੇ ਅਕੋਰਡਿੰਗ ਫਿਰ ਉਹਦੀ ਅਰਲੀ ਹੀਅਰਿੰਗ ਲਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਸਰਕਾਰ ਵੱਲੋਂ। ਜੋ ਸਰਕਾਰ ਨੂੰ ਬੈਸਟ ਟੂ ਬੈਸਟ ਪੋਸੀਬਲ ਲੱਗਿਆ ਉਹ ਸਰਕਾਰ ਜ਼ਰੂਰ ਕਰੇਗੀ। ਇਹਨਾਂ ਨੂੰ ਰਿਜ਼ਲਟ ਜ਼ਰੂਰ ਆਉਣਗੇ, ਇਹ ਮੈਂ ਪੂਰੇ ਦਾਅਵੇ ਨਾਲ ਕਹਿੰਦਾ ਵੀ 2022 ਤੋਂ ਪਹਿਲਾਂ ਸਾਰੇ ਇਹ ਰਿਜ਼ਲਟ ਨਾਲ ਦੀ ਨਾਲ ਹੀ ਆਉਣਗੇ, ਇਹਨਾਂ ਦੇ ਸਾਹਮਣੇ ਹੋਣਗੇ। ਐਵੇਂ ਲੱਗ ਰਿਹਾ ਇਹਨਾਂ ਨੂੰ ਵੀ ਡਿਲੇ ਹੋ, ਪਰ ਅਸੀਂ ਲੱਗਦਾ ਕਿ ਹੱਲ ਹੋ ਜਾਊਗਾ ਤੁਹਾਡੇ ਹਿਸਾਬ ਦੇ ਨਾਲ? ਜਦੋਂ ਦੇਖੋ ਮਸਲੇ ਦਾ ਹੱਲ ਤਾਂ ਜ਼ਰੂਰ ਹੋਣਾ ਚਾਹੀਦਾ। ਜਿਹੜੇ ਜਿਨ੍ਹਾਂ ਨੇ ਵੀ ਡਰੱਗਸ ਵੇਚਿਆ, ਜੋ ਵੀ ਦੋਸ਼ੀ ਨੇ ਸਾਹਮਣੇ ਆਣੇ ਚਾਹੀਦੇ ਨੇ, ਪਰ ਲਾਂਛਣਬਾਜ਼ੀ ਜਿਹੜੀ ਹੈ ਉਹ ਠੀਕ ਨਹੀਂ ਹੈਗੀ। ਨਹੀਂ, ਵੈਸੇ ਤੁਹਾਨੂੰ ਨਹੀਂ ਲੱਗਦਾ ਕਿ ਉਹ ਜਿਹੜੀ ਰਿਪੋਰਟ ਆ ਉਹ ਜਨਤਕ ਹੋ ਜਾਣੀ ਚਾਹੀਦੀ? ਬਿਕਰਮ ਸਿੰਘ ਮਜੀਠੀਆ ਦਾ ਜਿਹੜਾ ਇਸ ਵੇਲੇ ਕਦਮ ਹੈਗਾ, ਉਹ ਤਾਂ ਮੈਨੂੰ ਲੱਗਦਾ ਕਿ ਰਿਪੋਰਟ ਨੂੰ ਡਿਲੇ ਕਰਨ ਵਾਲਾ ਨਜ਼ਰ ਆਉਂਦਾ। ਜੇ ਤੁਸੀਂ ਇੰਨੇ ਹੀ ਸੁਰਖਰੂ ਹੈਗੇ, ਇੰਨੇ ਹੀ ਤੁਹਾਨੂੰ ਪਤਾ ਲੱਗਦਾ ਪਿਆ ਵੀ ਮਾਮਲਾ ਤੁਹਾਡੇ ਹੱਕ ਦੇ ਵਿੱਚ ਹੈਗਾ, ਦੋਸ਼ੀ ਨਹੀਂ ਹੈਗੇ, ਜੇ ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਲਿਆਓ, ਪੇਸ਼ ਕਰੋ, ਤੇ ਤੁਸੀਂ ਮੈਨੂੰ ਰਿਪੋਰਟ ਜੇ ਕਹਿੰਦੇ ਵੀ ਅੱਜ ਰਿਪੋਰਟ ਜਨਤਕ ਹੋ ਸਕਦੀ ਸੀ, ਬਹੁਤ ਸਾਰੇ ਕਰ ਲੈਂਦੇ। ਇਹਨਾਂ ਨੂੰ ਰੋਕ ਕੌਣ ਰਿਹਾ? ਕਰ ਲੈਣ। ਦੋਸ਼ੀ ਦਾ ਸਾਬਤ ਆਪਣੇ ਆਪ ਹੀ ਹੋ ਰਹੇ ਨਾ, ਉਹ ਪਾਰਟੀ ਬਣ ਕੇ ਦੋਸ਼ੀ ਹੋਏਗਾ ਤੇ ਉਹ ਪਕੜ ਜਾ ਜਾਏਗਾ। ਪਾਰਟੀ ਬਣਨ ਦੀ ਕੀ ਲੋੜ ਪੈ ਗਈ ਸੀ? ਪਹਿਲਾਂ 4 ਸਾਲ
ਪਾਰਟੀ ਕਿਉਂ ਨਹੀਂ ਨਹੀਂ ਇੰਨੇ ਬਣੀ? ਸਾਲਾਂ 'ਚ ਕਿਉਂ ਨਹੀਂ ਜਨਤਕ ਕੀਤੀ ਫਿਰ? ਅੱਜ ਇਹਨਾਂ ਸ਼ੋਰ ਪਾ ਦੀ ਇਹ ਤਾਂ ਕੋਰਟ ਮਾਨਯੋਗ ਹਾਈ ਕੋਰਟ ਦਾ ਫੈਸਲਾ ਜੋ ਆਊਗਾ ਉਹਦੇ ਤੇ ਡਿਪੈਂਡ ਕਰੇਗਾ। ਭੱਟੀ ਸਾਹਿਬ ਇਹ ਤਾਂ ਸਰਕਾਰਾਂ ਕਿੰਨੀਆਂ ਇੱਕ ਤੁਹਾਨੂੰ ਯਾਦ ਕਰਾਉਣ ਲੱਗਿਆ, ਬਾਦਲ ਸਰਕਾਰ ਨੇ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਇਆ ਸੀ ਬਰਗਾੜੀ ਕਾਂਡ ਦੇ ਉੱਤੇ, ਔਰ ਉਹ ਵਿਚਾਰੇ ਸੈਕਟਰੀਏਟ ਦੀ ਕੋਰੀਡੋਰ ਦੇ ਵਿੱਚ ਲੈ ਕੇ ਰਿਪੋਰਟ ਸਬਮਿਟ ਕਰਨ ਲਈ ਤੁਰੇ ਫਿਰੇ ਸੀ। ਉਹ ਰਿਪੋਰਟ ਲੈਣ ਲਈ ਕੋਈ ਉੱਥੇ ਜਿਹੜਾ ਹੈ ਵਿਸ਼ੇਸ਼ ਵਿਅਕਤੀ ਜਾਂ ਨੁਮਾਇੰਦਾ ਜਿਹੜਾ ਸੀ ਉੱਥੇ ਹਾਜ਼ਰ ਨਹੀਂ ਸੀ। ਇਸ ਤੋਂ ਮਾੜੀ ਨਿਰਾਸ਼ਾਜਨਕ ਗੱਲ ਕੀ ਹੋ ਸਕਦੀ ਹੈ? ਉਹ ਜਨਤਕ ਨਹੀਂ ਕੀਤੀ ਗਈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਗਿਆ, ਉਹਦੀ ਰਿਪੋਰਟ ਆਈ ਜਾਂ ਕੀ ਆਈ ਕੀ ਨਹੀਂ ਆਈ, ਉਹ ਜਨਤਕ ਕੀਤੀ ਗਈ ਜਾਂ ਇੰਪਲੀਮੈਂਟ ਕੀਤੀ ਗਈ ਨਹੀਂ, ਉਹ ਵੀ ਡਸਟਬਿਨ ਵਿੱਚ ਗਈ। ਇਹ ਜਿਹੜੀ ਰਿਪੋਰਟ ਜਿਹੜੀ ਮਾਨਯੋਗ ਹਾਈ ਕੋਰਟ ਹੀ ਪਈ ਹੈ, ਜੇ ਜਨਤਕ ਹੋ ਜਾਂਦੀ ਤੇ ਇਹਦੀ ਇੰਪਲੀਮੈਂਟੇਸ਼ਨ ਕਿੰਨੇ ਕਰਨੀ ਸੀ? ਇਹ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰ ਰਹੀ ਹੈ ਇਸ ਵੇਲੇ, ਔਰ ਜਿਹਦਾ ਜਵਾਬ ਦੇਣਾ ਇਸ ਵੇਲੇ ਭਾਵੇਂ ਉਹ ਵਿਰੋਧੀ ਧਿਰ ਹੈ ਤੇ ਭਾਵੇਂ ਉਹ ਸੱਤਾਧਾਰੀ ਧਿਰ ਹੈ, ਦੋਵਾਂ ਨੁਮਾਇੰਦਿਆਂ ਲਈ ਹੀ ਬੜਾ ਔਖਾ ਹੈ। ਔਰ ਲੋਕ ਪੰਜਾਬ ਦੇ ਪੁੱਛਦੇ ਨੇ ਵੀ ਸਾਡੇ ਨਾਲ ਕਿਰਪਾ ਕਰਕੇ ਹੱਥ ਜੋੜਦੇ ਆਂ ਵੀ ਖਿਲਵਾੜ ਨਾ ਕਰੋ, ਸਾਡੇ ਬੱਚੇ ਅੱਗੇ ਹੀ ਗਰਕ ਹੋ ਗਏ ਨੇ। ਬਹੁਤ ਸ਼ੁਕਰੀਆ, ਤੁਸੀਂ ਆਪਣੀ तमाम ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਵਿਨय ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਕੱਢ ਕੇ ਆਏ। ਮਾਲਵਿੰਦਰ ਕੰਗ ਜੀ ਤੁਹਾਡਾ ਧੰਨਵਾਦ। ਸਰਜੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢ ਕੇ ਆਏ ਹੋ, ਸਾਡੇ ਤੱਕ ਆਪਣਾ ਪੱਖ ਰੱਖਿਆ। ਭੱਟੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ। ਤਾਂ ਦੋਸਤੋ ਅੱਜ ਇੱਕ ਵਾਰ ਫਿਰ ਚਰਚਾ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਡਰੱਗ ਦੇ ਮਾਮਲੇ ਤੇ 2017 ਦੇ ਵਿੱਚ ਸਿੱਧੇ ਤੌਰ ਤੇ ਅਸੀਂ ਕਹਿੰਦੇ ਹਾਂ ਕਿ ਕਾਂਗਰਸ ਨੇ ਸਰਕਾਰ ਬਣਾਈ ਸੀ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ, ਦੋਸ਼ੀਆਂ ਦੇ ਖਿਲਾਫ ਵੱਡੀਆਂ ਕਾਰਵਾਈਆਂ ਕਰਨ ਦੀ। 4 ਕੀ ਹੁਣ ਤਾਂ 5ਵਾਂ ਸਾਲ ਵੀ ਲੰਘ ਗਿਆ, 4 ਮਹੀਨਿਆਂ ਦੀ ਅਸੀਂ ਗੱਲ ਨਾ ਕਰੀਏ ਤਾਂ ਇੰਨਾ ਲੰਮਾ ਸਮਾਂ ਲੰਘ ਗਿਆ, ਪਰ ਹਾਲੇ ਵੀ ਕੋਈ ਉਸ ਤਰੀਕੇ ਦੀ ਵੱਡੀ ਕਾਰਵਾਈ ਨਹੀਂ ਹੋਈ ਜਿਸ ਤਰੀਕੇ ਦੀ ਵਾਅਦੇ ਕਰਕੇ ਜਾਂ ਆਪਾਂ ਕਹਿ ਸਕਦੇ ਜੇ ਇਸ ਤਰੀਕੇ ਦੇ ਲਾਰੇ ਸਰਕਾਰ ਲਾ ਕੇ ਆਈ ਸੀ। ਤਾਂ ਹੱਲੇ ਵੀ ਚਿੰਤਾਵਾਂ ਨੇ, ਹੱਲੇ ਵੀ ਬਹੁਤ ਸਾਰੇ ਭੇਦ ਜਿਹੜੇ ਨੇ ਇਸ ਡਰੱਗ ਰਿਪੋਰਟ ਨੂੰ ਲੈ ਕੇ ਛੁਪੇ ਹੋਏ ਨੇ, ਕਿਉਂਕਿ ਜਿੰਨਾ ਚਿਰ ਇਹ ਰਿਪੋਰਟ ਜਨਤਕ ਨਹੀਂ ਹੁੰਦੀ ਉਹਨਾਂ ਚਿਰ ਇੱਕ ਵੱਡਾ ਪੱਖ ਜਿਹੜਾ ਡਰੱਗ ਮਾਫੀਆ ਦਾ ਪੰਜਾਬ ਦੇ ਵਿੱਚ ਫੈਲਾਅ ਹੈਗਾ ਉਹਨੂੰ ਲੈ ਕੇ ਜਿਹੜਾ ਲਗਾਤਾਰ ਇੱਕ ਫੈਲਾ ਰਿਹਾ ਹੈ, ਉਸ ਬਾਬਤ ਇੱਕ ਵੱਡਾ ਭੇਤ ਜਿਹੜਾ ਆ ਉਹ ਹਾਲੇ ਵੀ ਅਣਸੁਲਝਿਆ ਪਿਆ ਹੈਗਾ। ਫਿਲਹਾਲ ਦੇਖਣਾ ਹੋਵੇਗਾ ਕਦੋਂ ਤੇ ਕਿੱਦਾਂ ਅਤੇ ਕਿੰਨਾ ਸਮਾਂ ਲੱਗਦਾ ਹੈ ਇਸ ਮਾਮਲੇ ਨੂੰ ਹੋਰ ਸੁਲਝਣ ਦੇ ਲਈ। ਅੱਜ ਕੋਸ਼ਿਸ਼ ਕੀਤੀ ਹੈ ਤਮਾਮ ਮਸਲੇ ਤੇ ਚਰਚਾ ਕਰਨ ਦੀ। ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ ਨੇ ਆਪਣਾ ਪੱਖ ਰੱਖਿਆ, ਨਾਲ ਦੇ ਨਾਲ ਜਗਮੋਹਨ ਭੱਟੀ ਹੋਰਾਂ ਨੇ ਆਪਣੇ ਵੱਲੋਂ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ, ਸਮਝਾਉਣ ਦੀ ਕੋਸ਼ਿਸ਼ ਕੀਤੀ ਟੈਕਨੀਕਲ ਤੌਰ ਤੇ ਕਿ ਇਸ ਮਸਲੇ ਦਾ ਇਸ ਤਰੀਕੇ ਨਾਲ ਹੱਲ ਹੋਣ ਵਾਲਾ ਨਹੀਂ। ਜੇ ਡੇ ਟੂ ਡੇ ਹੀਅਰਿੰਗ ਹੋਵੇ ਸ਼ਾਇਦ ਕੋਈ ਮਸਲੇ ਦਾ ਹੱਲ ਨਿਕਲੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸਾਥ ਨਾਲ ਜ਼ਰੂਰ ਸਾਂਝੇ ਕਰੋ। ਫਿਲਹਾਲ ਤੁਹਾਡੇ ਤੋਂ ਅੱਗੇ ਲੈਣਾ, ਬਹੁਤ ਬਹੁਤ ਧੰਨਵਾਦ।